ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਅਮਿਤ ਮੁੰਦੇਲਾ ਵੀਬੀ ਵੀਜ਼ਾ ਤੋਂ। ਸੋ ਅੱਜ ਫੇਰ ਤੁਹਾਡੇ ਸਾਹਮਣੇ ਲਾਈਵ ਹਾਜ਼ਰ ਹੈਗੇ ਆ ਬਹੁਤ ਹੀ ਇੰਪੋਰਟੈਂਟ ਜਾਣਕਾਰੀਆਂ ਲੈ ਕੇ। ਤੁਸੀਂ ਇਸ ਲਾਈਵ ਸੈਸ਼ਨ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ। ਬਹੁਤ ਲੰਬਾ ਸੈਸ਼ਨ ਇਹ ਹੋਣ ਵਾਲਾ ਨਹੀਂ ਹੈ, 20 ਤੋਂ 25 ਮਿੰਟ ਦਾ ਸੈਸ਼ਨ ਰੱਖਾਂਗੇ, ਬਟ ਜਾਣਕਾਰੀਆਂ ਅਪਡੇਟਸ ਤੁਹਾਨੂੰ ਪੂਰੇ ਮਿਲਣਗੇ ਕੈਨੇਡਾ ਤੋਂ ਰਿਲੇਟਡ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਬਹੁਤ ਹੀ ਲੀਨੀਅੰਟ ਹੈਗਾ। ਜੇ ਮੈਂ ਸਰਲ ਸ਼ਬਦਾਂ ਦੇ ਵਿੱਚ ਕਹਾਂ, ਲੀਨੀਅੰਸੀ ਪੂਰੀ ਵਰਤੀ ਜਾ ਰਹੀ ਹੈ ਕੈਨੇਡਾ ਦੀ ਐਮਬੈਸੀ ਵੱਲੋਂ। ਉਹਦਾ ਰੀਜ਼ਨ ਇਹ ਹੈ ਕਿ ਇਸ ਸਮੇਂ ਬਹੁਤ ਜ਼ਿਆਦਾ ਬੰਦਿਆਂ ਦੀ ਡਿਮਾਂਡ ਹੈਗੀ, ਚਾਹੇ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਜਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ। ਪੀਟੀ ਤੇ ਵੀ ਤੁਸੀਂ ਜਾਣਦੇ ਹੋ ਕਿ ਅੱਜ ਦੀ ਡੇਟ ਦੇ ਵਿੱਚ ਐਸਡੀਐਸ ਕੈਟੇਗਰੀ ਦੇ ਵਿੱਚ ਸ਼ਾਮਿਲ ਹੋ ਚੁੱਕੀ ਹੈ। ਸੋ ਇਹ ਸੰਕੇਤ ਸਮਝਣ ਦੀ ਲੋੜ ਹੈਗੀ। ਹਮੇਸ਼ਾ ਕਹਿੰਦਾ ਕੈਨੇਡਾ ਦਾ ਵੀਜ਼ਾ ਅਗਰ ਤੁਸੀਂ ਐਲੀਜੀਬਲ ਹੈਗੇ ਹੋ, ਐਲੀਜੀਬਲ ਕਿਸ ਤਰ੍ਹਾਂ ਹੋ ਸਕਦੇ ਆਪਾਂ ਉਹ ਵੀ ਅੱਗੇ ਲਾਈਵ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਇਹ ਚੀਜ਼ ਵੀ ਉਹਦੇ ਨਾਲ ਵੀ ਤੁਹਾਨੂੰ ਥੋੜ੍ਹੀ ਕਲੈਰਿਟੀ ਹੋ ਜਾਊਗੀ। ਬਟ ਜੇ ਅੱਜ ਦੇ ਸਮੇਂ ਦੇ ਵਿੱਚ ਐਸੀ ਓਪਰਚੁਨਿਟੀ ਮਿਲ ਰਹੀ ਹੈਗੀ ਹੈ ਸਾਨੂੰ, ਜਸਟ ਬਹੁਤ ਜ਼ਿਆਦਾ ਪੈਸੇ ਨਾ ਲਗਾ ਕੇ ਔਰ ਸਿੰਪਲ ਤੁਸੀਂ ਐਮਬੈਸੀ ਦੀ ਫੀਸ ਹੀ ਭਰਨੀ ਹੈ ਜਾਂ ਫਿਰ ਜੋ ਵੀ ਥੋੜ੍ਹੇ ਬਹੁਤੇ ਚਾਰजेस ਹੁੰਦੇ ਉਹ ਲੈ ਕੇ ਆਪ ਵੀ ਤੁਸੀਂ ਆਪਣੀ ਫਾਈਲ ਲੌਜ ਕਰ ਸਕਦੇ ਹੋ। ਉਸ 'ਤੇ ਵੀ ਵੀਡੀਓ ਕੀਤੀ ਸੀਗੀ। ਖੁਦ ਲੌਜਮੈਂਟ ਤੁਸੀਂ ਕਰ ਸਕਦੇ ਹੋ, ਉਹ ਪ੍ਰੋਸੈਸਿੰਗ ਚਾਰजेस ਵੀ ਤੁਸੀਂ ਬਚਾ ਸਕਦੇ ਹੋ। ਸੋ ਐਸੀ ਗੱਲ ਨਹੀਂ ਕਿ ਪੈਸਾ ਖਰਚਣਾ ਹੀ ਪਏਗਾ, ਲੇਕਿਨ ਪ੍ਰੋਫਾਈਲ ਤੁਹਾਡੀ ਉਹੋ ਜਿਹੀ ਹੋਣੀ ਚਾਹੀਦੀ ਹੈ। ਇੱਕ ਵਾਰ ਮੈਂ ਹਮੇਸ਼ਾ ਕਹੂੰਗਾ ਕੰਸਲਟੈਂਟ ਦੀ ਸਲਾਹ ਜ਼ਰੂਰ ਲਓ, ਬਟ ਜੇ ਤੁਹਾਨੂੰ ਆਪਣੇ ਪ੍ਰੋਫਾਈਲ 'ਤੇ ਇੰਨਾ ਕੌਨਫੀਡੈਂਸ ਹੈਗਾ ਕਿ ਮੇਰਾ A to Z ਸਭ ਕੁਝ ਵਧੀਆ ਹੈਗਾ। ਫੋਰ ਐਗਜ਼ਾਮਪਲ ਮੈਂ ਹੀ ਹਾਂ, ਮੈਂ ਆਪਣੀ ਫਾਈਲ ਖੁਦ ਲੌਜ ਕੀਤੀ ਸੀ ਕਿਉਂਕਿ ਮੈਨੂੰ ਪਤਾ ਸੀ ਮੇਰੀ ਪ੍ਰੋਫਾਈਲ ਦੇ ਵਿੱਚ ਕੋਈ ਕਮੀ ਨਹੀਂ ਹੈਗੀ। ਬਟ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੁਝ ਕਮੀ ਹੈਗੀ ਹੈ, ਕਿਉਂਕਿ ਆਮ ਇਨਸਾਨ ਨੂੰ ਪਤਾ ਹੀ ਹੁੰਦਾ ਕੀ ਕਮੀਆਂ ਹੁੰਦੀਆਂ, ਸੋ ਫਿਰ ਖੁਦ ਆਪ ਆਪਣੀ ਫਾਈਲ ਲੌਜ ਨਾ ਕਰੋ। ਕਿਉਂਕਿ ਇੱਕ ਵਾਰ ਰਿਫਿਊਜ਼ਲ ਆਉਣ ਤੋਂ ਬਾਅਦ, ਖੈਰ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾਸ ਤਾਂ ਮਿਲਦੇ, ਪਰ ਅਸੀਂ ਬਲੈਕ ਸਪੋਟ ਕਿਉਂ ਲਗਾਉਣਾ? ਕਿਉਂਕਿ ਇੱਕ ਕੰਸਲਟੈਂਟ ਤੋਂ ਜੇ ਅਸੀਂ ਲਗਵਾਉਂਦੇ ਹਾਂ, ਜੇ ਮੈਂ ਵੀਬੀ ਵੀਜ਼ਾ ਦੀ ਗੱਲ ਕਰਾਂ ਤਾਂ ਅੱਜ ਦੇ ਸਮੇਂ ਦੇ ਵਿੱਚ 90% ਸਾਡਾ ਸਕਸੈਸ ਰੇਟ ਹੈਗਾ। ਹਰ 100 ਦੇ ਵਿੱਚੋਂ 90 ਫਾਈਲਸ ਦੇ ਉੱਤੇ ਵੀਜ਼ਾ ਲੱਗ ਕੇ ਆਉਂਦੇ ਨੇ। ਔਰ ਜਿਸ ਤਰ੍ਹਾਂ ਦਾ ਹੁਣ ਸਮਾਂ ਚੱਲ ਰਿਹਾ, ਮੈਨੂੰ ਲੱਗਦਾ 100 ਦੇ ਵਿੱਚੋਂ 100 ਵੀ ਪੋਸੀਬਲ ਹੈਗਾ। ਬਹੁਤ ਜ਼ਿਆਦਾ ਵਧੀਆ ਸੰਕੇਤ ਮਿਲ ਰਹੇ ਨੇ। ਅੱਜ ਜਿਸ ਤਰ੍ਹਾਂ ਤੁਸੀਂ ਖਬਰ ਵੀ ਦੇਖੀ ਹੋਣੀ, ਸਵੇਰੇ ਪੇਪਰ ਦੇ ਵਿੱਚ ਵੀ ਲੱਗੀ ਹੈ, ਡੈਪੋਟੇਸ਼ਨ ਵੀ ਕਿਤੇ ਨਾ ਕਿਤੇ ਕੈਂਸਲ ਦੇ ਸੰਕੇਤ ਆ ਗਏ ਨੇ। ਵੀਡੀਓਜ਼ ਦੇ ਵਿੱਚ ਲਾਈਵ ਦੇ ਵਿੱਚ ਹੀ ਤੁਹਾਡੇ ਨਾਲ ਡਿਸਕਸ ਕੀਤਾ ਸੀ ਕਿ ਡਿਪੋਰਟੇਸ਼ਨ ਨਹੀਂ ਹੋਏਗੀ, ਜਿੰਨਾ ਮਰਜ਼ੀ ਜ਼ੋਰ ਲੱਗੇ। ਅੱਜ ਪੰਜਾਬੀਆਂ ਦਾ ਹੱਕ ਉੱਥੇ ਬਹੁਤ ਹੈਗਾ, ਚੱਲਦੀ ਹੈਗੀ ਹੈ। ਬਹੁਤ ਸਾਰੇ ਐਮਪੀਜ਼ ਇੰਡੀਆ ਤੋਂ ਹੈਗੇ ਨੇ, ਪੰਜਾਬ ਤੋਂ ਹੈਗੇ ਨੇ। ਸੋ ਡੈਫੀਨੇਟਲੀ ਆਪਣੀ ਕਮਿਊਨਿਟੀ ਦੀ ਹੈਲਪ ਕਰਦੇ ਨੇ, ਔਰ ਕਮਿਊਨਿਟੀ ਦੀ ਹੈਲਪ ਦੇ ਨਾਲ ਮੈਟਰ ਦੇਖੋ ਕਿੱਥੇ ਤੱਕ ਟਰੂਡੋ ਤੱਕ ਜਾ ਪਹੁੰਚਿਆ ਔਰ ਉਹਨੂੰ ਹਸਤਕਸ਼ੇਪ ਕਰਨਾ ਪਿਆ। ਹਾਲਾਂਕਿ ਕਿਸ ਪਾਸੇ ਦੇਖਿਆ ਜਾਏ ਤਾਂ ਸਰਕਾਰ ਨੇ ਫਰਮਾਨ ਜਾਰੀ ਕਰਤਾ ਸੀ ਕਿ 700 ਸਟੂਡੈਂਟ ਨੂੰ ਡਿਪੋਰਟ ਕੀਤਾ ਜਾਏ। ਡਿਪੋਰਟ ਕਰਨ ਦਾ ਵੀ ਮੇਨ ਮਕਸਦ ਇਹ ਸੀਗਾ, ਇੱਕ ਸੰਕੇਤ ਦੇਣਾ ਸਟੂਡੈਂਟਸ ਨੂੰ, ਕਿਉਂਕਿ ਉਹਦੇ ਵਿੱਚ ਹੋ ਸਕਦਾ ਸਟੂਡੈਂਟਸ ਨੇ ਪਤਾ ਨਹੀਂ ਕੀ ਫੇਕ ਡਾਕੂਮੈਂਟਸ ਲਗਾਏ ਸੀਗੇ। ਹਾਲੇ ਤਾਂ ਸਿਰਫ ਇਹੀ ਗੱਲ ਆ ਰਹੀ ਹੈ ਕਿ ਆਫਰ ਲੈਟਰ ਫੇਕ ਸੀਗਾ। ਸੋ ਐਨੀ ਹਾਓ ਫਿਰ ਵੀ ਇਸ ਚੀਜ਼ ਦੇ ਵਿੱਚ ਟਰੂਡੋ ਨੇ ਦਖਲਅੰਦਾਜ਼ੀ ਦਿੱਤੀ ਹੈ ਔਰ ਪੱਖ ਸੁਣਿਆ ਜਾਏਗਾ ਸਟੂਡੈਂਟਸ ਦਾ। ਸੋ ਜਿਹੜੇ ਸਟੂਡੈਂਟਸ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਪੜ੍ਹਾਈ ਵੀ ਆਪਣੀ ਕੰਪਲੀਟ ਕਰ ਲਈ ਹੈ ਔਰ PR ਦੇ ਲਈ ਵੀ ਐਲੀਜੀਬਲ ਹੋ ਚੁੱਕੇ ਨੇ, ਵਰਕ ਪਰਮਿਟ ਔਰ ਸ਼ਾਂਤੀ ਬਣਾਏ ਰੱਖੀ ਉਹਨਾਂ ਨੇ, ਕਿਸੇ ਤਰ੍ਹਾਂ ਦੇ ਕਿਸੇ ਦੇ ਵੀ ਕੋਈ ਕੇਸ ਨਹੀਂ ਹੈਗਾ। ਸੋ ਮੈਨੂੰ ਲੱਗਦਾ ਕਿ ਉਹਨਾਂ ਦੀ ਡਿਪੋਰਟੇਸ਼ਨ ਜਿਹੜੀ ਰੁਕ ਜਾਣੀ ਚਾਹੀਦੀ ਹੈ, ਉਹ ਰੁਕੇਗੀ ਵੀ। ਪਹਿਲੇ ਵੀ ਵੀਡੀਓਜ਼ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ, ਹਾਲਾਂਕਿ ਇੱਕ ਸਿਰਫ ਸੰਕੇਤ ਸੀਗਾ। ਚਲੋ ਬਹੁਤ ਵਧੀਆ ਗੱਲ ਹੈ ਜੇ ਰੁਕਦੀ ਹੈ। ਸੋ ਇਸ ਤੋਂ ਵੀ ਆਪਾਂ ਨੂੰ ਲੀਨੀਅੰਸੀ ਦਾ ਪਤਾ ਲੱਗਦਾ ਹੈਗਾ। ਦੇਖੋ ਹਰ ਇੱਕ ਵਾਰ ਜਦੋਂ ਵੀ ਕੋਈ ਸਰਕਾਰ ਕਦਮ ਲੈਂਦੀ, ਮੰਨ ਲਓ ਆਪਾਂ ਇੰਡੀਆ ਦੀ ਗੱਲ ਕਰੀਏ, ਜਦੋਂ ਵੀ ਮੋਦੀ ਸਰਕਾਰ ਕੋਈ ਕਦਮ ਲੈਂਦੀ ਤਾਂ ਪਤਾ ਲੱਗ ਜਾਂਦਾ ਕਿ ਸਾਨੂੰ ਕੀ ਸੰਕੇਤ ਚੱਲ ਰਿਹਾ ਇਸ ਟਾਈਮ ਹਿੰਦੁਸਤਾਨ ਦੇ ਵਿੱਚ। ਸੋ ਉਸੇ ਤਰ੍ਹਾਂ ਦਾ ਕੈਨੇਡਾ ਦਾ ਹੈਗਾ। ਸਾਡਾ ਮੇਨ ਮੋਟਿਵ ਹੈਗਾ ਉਹਨਾਂ ਦੀ ਇਮੀਗ੍ਰੇਸ਼ਨ ਪੋਲਿਸੀਜ਼ ਨੂੰ ਪਕੜਨਾ, ਸਟੱਡੀ ਕਰਨਾ। ਸੋ ਸਾਰਾ ਦਿਨ ਇਸੀ ਕੰਮ ਦੇ ਵਿੱਚ ਲੱਗੇ ਰਹਿੰਦੇ ਆ। ਰੋਜ਼ ਲਾਈਵ ਤੁਹਾਡੇ ਨਾਲ ਅੱਧਾ ਘੰਟਾ ਦੇਈਦਾ, ਤਾਂ ਇਸਦੇ ਸਿਰਫ ਇਹ ਅੱਧਾ ਘੰਟਾ ਹੀ ਨਹੀਂ ਹੁੰਦਾ, ਇਹਦੇ ਪਿੱਛੇ ਪੂਰੇ ਦਿਨ ਦੀ ਮਿਹਨਤ ਹੁੰਦੀ ਹੈ, ਜਿੱਥੇ ਕਿ ਪੂਰਾ ਰਿਸਰਚ ਕਰਦੇ ਆ ਅੱਜ ਕੀ ਅਪਡੇਟਸ ਰਹੇ। ਕੈਨੇਡਾ ਗੱਲ ਹੁੰਦੀ ਹੈ, ਬਹੁਤ ਸਾਰੇ ਵਕੀਲ ਵੀ ਸਾਡੇ ਪੈਨਲ 'ਤੇ ਹੈਗੇ ਨੇ ਔਰ ਨਾਲ ਹੀ ਨਾਲ ਇਮੀਗ੍ਰੇਸ਼ਨ ਦੇ ਵਿੱਚ ਵੀ ਬਹੁਤ ਸਾਰੇ ਲੋਕ, ਕਿਉਂਕਿ ਬਹੁਤ ਸਮੇਂ ਤੋਂ ਕੰਮ ਕਰ ਰਹੇ ਹਾਂ। ਆਪ ਵੀ ਕੈਨੇਡਾ ਮੈਂ 3-4 ਵਾਰ ਜਾ ਚੁੱਕਿਆ। ਸੋ ਕਾਫੀ ਉਹਨਾਂ ਦੇ ਨਾਲ ਰਾਬਤਾ ਕਾਇਮ ਹੁੰਦਾ ਰਹਿੰਦਾ ਔਰ ਬਾਰੀਕੀ ਨਾਲ ਸਮਝਦੇ ਹਾਂ ਕਿ ਇਮੀਗ੍ਰੇਸ਼ਨ ਹੁਣ ਕਿੱਥੇ ਜਾ ਰਹੀ ਹੈ। ਸੋ ਮੈਂ ਨਹੀਂ ਕਹਿੰਦਾ ਮੇਰਾ ਅੱਜ ਦਾ ਵੀਡੀਓ ਦੇਖੋ, ਮੇਰੇ ਅਗਰ ਚੈਨਲ ਤੁਸੀਂ, ਮੈਂ ਕਹੂੰਗਾ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਅੱਜ ਤੋਂ ਪੁਰਾਣੇ ਵੀ ਮੇਰੇ ਤੁਸੀਂ ਵੀਡੀਓਜ਼ ਦੇਖੋਗੇ ਤਾਂ ਇੱਕ ਗੱਲ ਸੱਚ ਨਿਕਲੇਗੀ। ਕੋਈ ਮੈਂ ਜੋਤਸ਼ੀ ਨਹੀਂ ਕਿ ਮੇਰੀ ਹਰ ਗੱਲ ਸੱਚ ਨਿਕਲੇ, ਕਿਉਂਕਿ ਇਸ ਕੈਨੇਡੀਅਨ ਇਮੀਗ੍ਰੇਸ਼ਨ ਦੇ ਸਿਸਟਮ ਨੂੰ ਬਹੁਤ ਹੀ ਨੇੜੇ ਤੋਂ ਦੇਖਿਆ। ਨੇੜੇ ਤੋਂ ਇਸ ਲਈ ਦੇਖਿਆ ਕਿਉਂਕਿ ਨੇੜੇ ਤੋਂ ਦੇਖਣ ਦਾ ਮੌਕਾ ਮਿਲ ਰਿਹਾ। ਜਾਂ ਜੇ ਮੈਂ ਕਿਸੇ ਹੋਰ ਕੰਟਰੀ ਦੀ ਗੱਲ ਕਰਾਂ, UK ਦੀ ਗੱਲ ਕਰਾਂ, ਆਸਟ੍ਰੇਲੀਆ ਦੀ ਗੱਲ ਕਰਾਂ, USA ਦੀ ਗੱਲ ਕਰਾਂ, ਅੱਜ ਸਾਨੂੰ ਕੁਝ ਨਹੀਂ ਪਤਾ ਕਿ ਉੱਥੇ ਕੀ ਚੱਲ ਰਿਹਾ, ਕਿਉਂਕਿ ਇਸ ਤਰ੍ਹਾਂ ਦੇ ਕੋਈ ਸੰਕੇਤ ਨਹੀਂ ਮਿਲ ਰਹੇ। ਕੈਨੇਡਾ ਤੋਂ ਸਾਨੂੰ ਸੰਕੇਤ ਆ ਰਹੇ ਨੇ। ਜਿਸ ਤਰ੍ਹਾਂ USA ਦੀ ਗੱਲ ਕੀਤੀ, ਸੰਕੇਤ ਇਹ ਸੀਗਾ ਕਿ ਉਹਨਾਂ ਨੇ ਵੀ ਵੀਜ਼ਾਜ਼ ਹੁਣ ਜਿਹੜੇ ਹੈਗੇ ਦੇਣੇ ਸ਼ੁਰੂ ਕਰਨੇ, ਬਟ ਹਾਲ ਤੱਕ ਕੋਈ ਐਸੀ ਹਲਚਲ ਉੱਥੇ ਸ਼ੁਰੂ ਨਹੀਂ ਹੋਈ। ਹਾਲਾਂਕਿ ਡੰਕੀ ਦੇ ਰਸਤੇ ਬਹੁਤ ਸਾਰੇ ਲੋਕ ਉੱਥੇ ਜਿਹੜੇ ਹੈਗੇ ਪਹੁੰਚੇ ਨੇ, ਬਟ ਲੀਗਲੀ ਵੇ ਦੇ ਨਾਲ ਹਾਲੇ ਤੱਕ ਕੋਈ ਐਸਾ ਸੰਕੇਤ ਨਹੀਂ। ਹਾਲੇ ਤਾਂ ਸਾਨੂੰ ਐਮਬੈਸੀ ਤੋਂ ਜਿਹਨੂੰ ਕਹਿੰਦੇ ਕਿ ਡੇਟਸ ਵੀ ਨਹੀਂ ਮਿਲ ਰਹੀ ਇੰਟਰਵਿਊਜ਼ ਦੀਆਂ, ਲੇਕਿਨ ਕੈਨੇਡਾ ਦੇ ਸੰਕੇਤ ਪੂਰੇ ਰਹਿੰਦੇ ਨੇ। ਹਰ
ਚੀਜ਼ ਕ੍ਰਿਸਟਲ ਕਲੀਅਰ ਹੈ। ਜੇ ਅਸੀਂ ਗੱਲ ਕਰਦੇ ਹਾਂ ਕਿ ਰਿਜ਼ਲਟ ਸਾਡੇ ਪਹਿਲਾਂ ਬਹੁਤ ਜ਼ਿਆਦਾ ਡਿਲੇ ਹੁੰਦੇ ਸੀਗੇ, ਸਾਨੂੰ 2-2 3-3 4-4 ਮਹੀਨੇ ਵੇਟ ਕਰਨਾ ਪੈਂਦਾ ਸੀ, ਬਟ ਅੱਜ ਦੇ ਸਮੇਂ ਦੇ ਵਿੱਚ 15-20 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜਾਂਦਾ। ਕੁਛ ਫਾਈਲਾਂ ਹੋ ਸਕਦੀਆਂ ਨੇ ਮਹੀਨਾ 2 ਮਹੀਨਾ 3 ਮਹੀਨੇ ਵੀ ਲੱਗ ਜਾਣ, ਬਟ ਉਹਨਾਂ ਦੇ ਵੀ ਬੜੇ ਪੋਜ਼ਿਟਿਵ ਰਿਜ਼ਲਟ ਆਉਂਦੇ ਨੇ। ਸੋ ਹਰ ਚੀਜ਼ ਕ੍ਰਿਸਟਲ ਕਲੀਅਰ ਹੈਗੀ ਹੈ ਤੁਹਾਡੇ ਸਾਹਮਣੇ। ਜੇ ਖਾਸ ਕਰ ਅਸੀਂ ਕੈਨੇਡਾ ਦੀ ਗੱਲ ਕਰੀਏ, ਸੋ ਕਿਉਂ ਨਹੀਂ ਜਦੋਂ ਅੱਜ ਸਾਨੂੰ ਇੱਕ ਓਪਰਚੁਨਿਟੀ ਮਿਲ ਰਹੀ ਹੈ, 10 ਸਾਲ ਦਾ ਵੀਜ਼ਾ ਮਿਲਦਾ। ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 10 ਸਾਲ ਹੈਗੀ ਹੈ, ਹੁਣੇ ਤੁਸੀਂ ਬਣਾਇਆ 5 ਸਾਲ 6 ਸਾਲ ਜਿੰਨੀ ਵੀ ਹੈਗੀ ਹੈ, ਤਦ ਤੱਕ ਦਾ ਵੀਜ਼ਾ ਮਿਲੇਗਾ। ਸੋ ਜੇ ਅਸੀਂ ਉਹਨੂੰ ਅਗਰ ਸੰਭਾਲ ਕੇ ਰੱਖ ਸਕਦੇ ਹਾਂ ਚੀਜ਼ਾਂ ਨੂੰ, ਆਪਣਾ ਇੱਕ ਗਹਿਣਾ ਬਣਾ ਸਕਦੇ ਹਾਂ, ਤਾਂ ਕਿਉਂ ਨਹੀਂ। ਅੱਜ ਸਮਾਂ ਹੈਗਾ। ਹੁਣ ਸਰਕਾਰ, ਜਿਸ ਤਰ੍ਹਾਂ ਅੱਜ ਵੀ ਗੱਲ ਚੱਲ ਰਹੀ ਸੀ, ਯੂਰ ਸਬਜੈਕਟ ਵਾਜ਼ ਰਿਗਾਰਡਿੰਗ ਵਿਜ਼ਿਟਰ ਵੀਜ਼ਾ, ਵਿਜ਼ਿਟਰ ਵੀਜ਼ਾ ਦੀ ਹੀ ਗੱਲ ਕਰ ਰਹੇ ਹਾਂ। ਸ਼ਿਆਮ ਸ਼ਰਮਾ ਨੇ ਕਮੈਂਟ ਕੀਤਾ ਵਿਜ਼ਿਟਰ ਵੀਜ਼ਾ ਦੀ ਹੀ ਗੱਲ ਕਰ ਰਹੇ ਹਾਂ, ਔਰ ਉਸੇ 'ਤੇ ਹੀ ਗੱਲ ਕਰਾਂਗੇ। ਸੋ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਕੈਨੇਡਾ ਦੀ ਜਿਹੜੀ ਸਰਕਾਰ ਹੈਗੀ ਇਸ ਸਮੇਂ ਲੀਨੀਅੰਸੀ ਵਰਤ ਰਹੀ ਹੈ। ਇਸ ਸਮੇਂ 2025 ਦੇ ਵਿੱਚ ਇਲੈਕਸ਼ਨ ਹੋਣੇ ਨੇ। ਜੇ ਇਹ ਸਰਕਾਰ ਰਿਪੀਟ ਨਹੀਂ ਹੁੰਦੀ, ਖੁਦਾ ਨਾ ਖਾਸਤਾ, ਹੋ ਸਕਦਾ ਹੈ ਕਿ ਇਮੀਗ੍ਰੇਸ਼ਨ ਬਹੁਤ ਘਟ ਜਾਏਗੀ, ਕਿਉਂਕਿ ਓਪੋਜੀਸ਼ਨ ਦੀ ਸਰਕਾਰ ਦਾ ਤਾਂ ਹਮੇਸ਼ਾ ਹੀ ਓਪੋਜੀਸ਼ਨ ਵਾਲਿਆਂ ਦਾ ਹਮੇਸ਼ਾ ਹੀ ਇਹ ਰਿਹਾ ਕਿ ਆਪਾਂ ਇਮੀਗ੍ਰੇਸ਼ਨ ਨੂੰ ਰੋਕਣਾ ਹੈਗਾ। ਸੋ ਟਰੂਡੋ ਸਰਕਾਰ ਦੇ ਵਿੱਚ ਰਹਿੰਦੇ ਜਿੰਨਾ ਆਪਾਂ ਲਾਹਾ ਤੱਕ ਸਕਦੇ ਹਾਂ ਇਸ ਚੀਜ਼ ਦਾ, ਸੋ ਮੈਨੂੰ ਲੱਗਦਾ ਕਿ ਤੱਕ ਲੈਣਾ ਚਾਹੀਦਾ। ਦੇਖੋ, ਮੈਂ ਸਾਰੀ ਗੱਲ ਓਪਨ ਕਰ ਦਿੰਦਾ, ਮੇਰੇ ਮਨ ਦੇ ਵਿੱਚ ਕੋਈ ਐਸੀ ਗੱਲ ਨਹੀਂ। ਜੇ 2025 ਤੱਕ ਮੈਨੂੰ ਲੱਗਦਾ ਹੈਗਾ ਫਿਲਹਾਲ ਦੇ ਵਿੱਚ ਜੇ ਸਰਕਾਰ ਚੇਂਜ ਹੁੰਦੀ ਤਾਂ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਵੱਡਾ ਬਦਲਾਅ ਆਏਗਾ। ਜਿਸ ਤਰ੍ਹਾਂ ਅਸੀਂ ਦੇਖਦੇ ਸੀਗੇ USA ਦੇ ਵਿੱਚ ਜਮਾਂ ਇਮੀਗ੍ਰੇਸ਼ਨ ਰੁਕ ਗਿਆ ਸੀਗਾ। ਪਹਿਲਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕ ਜਾਂਦੇ ਰਹੇ ਸੀ, ਲੇਕਿਨ ਟਰੰਪ ਆਉਂਦੇ ਹੀ ਉਸ ਚੀਜ਼ 'ਤੇ ਰੋਕ ਲੱਗ ਗਈ। ਸੋ ਇਹ ਚੀਜ਼ ਵੀ ਸਾਨੂੰ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖਣੀ ਪਏਗੀ। ਹਰ ਕੈਟਾਗਰੀ ਨੂੰ, ਅਗਰ ਵਿਜ਼ਟਰ ਵੀਜ਼ਾ ਦੀ ਖਾਸ ਕਰ ਮੈਂ ਗੱਲ ਕਰਾਂ ਤਾਂ ਹਰ ਕੈਟਾਗਰੀ ਨੂੰ ਵੀਜ਼ਾਜ਼ ਮਿਲ ਰਹੇ ਨੇ। ਤੁਸੀਂ ਸਾਡੇ ਫੇਸਬੁੱਕ, YouTube ਜਾਂ ਇੰਸਟਾਗ੍ਰਾਮ ਤੁਸੀਂ ਦੇਖੋ, ਉਹਦੇ 'ਤੇ ਸਕਸੈਸ ਸਟੋਰੀਆਂ ਲਗਾਤਾਰ ਪੈ ਰਹੀਆਂ ਨੇ। ਸੋ ਇਸ ਦੇ ਨਾਲ ਹੀ ਸਾਨੂੰ ਟਰੈਂਡ ਦਾ ਪਤਾ ਚੱਲ ਜਾਂਦਾ। ਸੋ ਇਸੀ ਵੀਕ ਦੇ ਮੈਂ ਗੱਲ ਕਰ ਰਿਹਾ ਸੀ, ਇਸ ਵੀਕ ਦੇ ਵਿੱਚ ਸਾਡੇ ਕੋਲ 124 ਦੇ ਕਰੀਬ ਜਿਹੜਾ ਹੈਗਾ ਵੀਜ਼ਾ ਸਟੈਂਪ ਹੋ ਕੇ ਆਏ ਨੇ। ਵੀਜ਼ਾਜ਼ ਬਕਾਇਦਾ ਤੁਹਾਡੇ ਸਾਹਮਣੇ ਸ਼ੇਅਰ ਵੀ ਹੁੰਦੇ ਨੇ। ਇੱਕ ਵੀਡੀਓ ਹੋਰ ਵੀ ਹੋ ਚੁੱਕੀ ਜਿਹੜੀ ਅਸੀਂ ਕੱਲ੍ਹ ਰਿਕਾਰਡ ਕੀਤੀ ਸੀ ਇਸੀ ਸਟੂਡੀਓ ਦੇ ਵਿੱਚ। ਸੋ ਉਹ ਵੀ ਬਹੁਤ ਜਲਦੀ, ਸ਼ਾਇਦ 69 ਵੀਜ਼ਾ ਸੀਗੇ, ਕਾਊਂਟ ਕੀਤੇ ਅਸੀਂ ਕੱਲ੍ਹ, ਓਪਨ ਕੀਤੇ ਗ੍ਰੀਨ ਐਨਵੈਲਪ ਤੋਂ। ਸੋ ਉਹ ਵੀ ਵੀਡੀਓ ਤੁਹਾਡੇ ਨਾਲ ਬਹੁਤ ਛੇਤੀ ਸਾਂਝਾ ਕਰ ਦਿੱਤੀ ਜਾਏਗੀ। ਸੋ ਹਰ ਚੀਜ਼ ਦਾ ਪ੍ਰੂਫ ਲੈ ਕੇ ਗੱਲ ਕਰਦੇ ਹਾਂ। ਜੇ ਸਕਸੈਸ ਸਟੋਰੀ ਦੀ ਵੀ ਗੱਲ ਕਰਦੇ, ਇਕੱਲੀ ਗੱਲਾਂ ਨਹੀਂ ਕਰਦੇ, ਤੁਹਾਨੂੰ ਵੀਜ਼ਾਜ਼ ਦਿਖਾਉਂਦੇ ਹਾਂ। ਤੁਹਾਨੂੰ ਕੋਈ PPR ਸ਼ੇਅਰ ਨਹੀਂ ਕੀਤੇ ਜਾਂਦੇ ਕਿ PPR ਆ ਗਿਆ। PPR ਐਡਿਟ ਵੀ ਹੋ ਸਕਦਾ, ਵੀਜ਼ਾ ਐਡਿਟ ਨਹੀਂ ਹੋ ਸਕਦਾ। ਚਲੋ ਇੱਕ ਮਿੰਟ ਲਈ ਤੁਸੀਂ ਮੰਨ ਲੈਂਦੇ ਹੋ ਕਿ ਵੀਜ਼ਾ ਵੀ ਇੱਥੇ ਵੀਜ਼ਾ ਦੇ ਕੋਲੋਂ ਹੀ ਤੁਸੀਂ ਕਰਾਓ। ਮੈਂ ਤਾਂ ਕਹਿ ਰਿਹਾ ਮੈਂ ਜੁਝਾਰ ਸਿੰਘ ਨਵਾਂਸ਼ਹਿਰ ਤੋਂ। ਮੈਂ ਕਮਲਜੀਤ ਨਵਾਂਸ਼ਹਿਰ ਤੋਂ। ਅਸੀਂ ਵੀਵੀ ਵੀਜ਼ਾ ਕੰਸਲਟੈਂਸੀ ਤੋਂ ਵੀਜ਼ਾ ਲਗਵਾਇਆ ਕੈਨੇਡਾ ਦਾ। ਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਫਤਿਹ ਸਿੰਘ ਨੇ ਸਾਨੂੰ ਜੋ ਆਪਣੇ ਡਾਕੂਮੈਂਟਸ ਬਾਰੇ ਪ੍ਰੋਪਰਲੀ ਇਹਨੇ ਸਾਨੂੰ ਬਰੀਫ ਕੀਤਾ ਔਰ ਸਾਡੀ ਬਹੁਤ ਹੈਲਪ ਕੀਤੀ। ਸਾਡੇ ਕੋਲ ਜੋ ਡਾਕੂਮੈਂਟ ਨਹੀਂ ਸੀਗੇ ਇਹਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਹੋ ਸਕਦਾ। ਉਹ ਬਹੁਤ ਵਧੀਆ ਇਹਨਾਂ ਨੂੰ ਸਾਡੇ ਨਾਲ ਹੋਇਆ ਔਰ ਥੈਂਕ ਯੂ ਸੋ ਮਚ ਕਰ ਦੇਣਾ। ਧੰਨਵਾਦ। ਮੈਂ ਜੁਝਾਰ ਸਿੰਘ ਨਵਾਂਸ਼ਹਿਰ ਤੋਂ। ਮੈਂ ਕਮਲਜੀਤ ਨਵਾਂਸ਼ਹਿਰ ਤੋਂ। ਅਸੀਂ ਵੀਵੀ ਵੀਜ਼ਾ ਕੰਸਲਟੈਂਸੀ ਤੋਂ ਵੀਜ਼ਾ ਲਗਵਾਇਆ ਕੈਨੇਡਾ ਦਾ। ਤੇ ਸਭ ਤੋਂ ਵਧੀਆ ਗੱਲ ਇਹ ਆ ਕਿ ਫਤਿਹ ਸਿੰਘ ਨੇ ਸਾਨੂੰ ਜੋ ਆਪਣੇ ਡਾਕੂਮੈਂਟਸ ਬਾਰੇ ਪ੍ਰੋਪਰਲੀ ਇਹਨੇ ਸਾਨੂੰ ਬਰੀਫ ਕੀਤਾ
ਔਰ ਸਾਡੀ ਬਹੁਤ ਹੈਲਪ ਕੀਤੀ। ਸਾਡੇ ਕੋਲ ਜੋ ਡਾਕੂਮੈਂਟ ਨਹੀਂ ਸੀਗੇ, ਇਹਨੇ ਸਾਨੂੰ ਦੱਸਿਆ ਕਿ ਇਸ ਤਰ੍ਹਾਂ ਹੋ ਸਕਦਾ। ਉਹ ਬਹੁਤ ਵਧੀਆ ਇਹਨਾਂ ਨੂੰ ਸਾਡੇ ਨਾਲ ਹੋਇਆ ਔਰ ਥੈਂਕ ਯੂ ਸੋ ਮਚ ਕਰ ਦੇਣਾ। ਧੰਨਵਾਦ। ਸੋ ਵੀਜ਼ਾਸ ਦੀ ਸਕਸੈਸ ਸਟੋਰੀ ਤੁਸੀਂ ਦੇਖੀ ਔਰ ਮੈਸੇजेस ਵੀ ਆਉਣੇ ਸ਼ੁਰੂ ਹੋ ਗਏ। ਸੋ ਜਿਨ੍ਹਾਂ ਦੇ ਵੀ ਵੀਜ਼ਾਸ ਲੱਗ ਜਾਂਦੇ ਨੇ ਉਹਨੂੰ ਹੈਂਡਓਵਰ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਉਹਨਾਂ ਦੇ ਘਰ ਤੱਕ ਹੀ ਜਿਹੜਾ ਵੀਜ਼ਾਸ ਉਹਨਾਂ ਦੇ ਪਹੁੰਚਾ ਦਿੱਤੇ ਜਾਣ। ਬਟ ਫਿਰ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਪੋਜ਼ਿਟਿਵਿਟੀ ਵੀ ਭਰਨੀ ਜ਼ਰੂਰੀ ਹੈਗੀ ਹੈ। ਸੋ ਇਸੀ ਦੇ ਚਲਦੇ ਜ਼ਰੂਰ ਅਸੀਂ ਇੰਟਰਵਿਊਜ਼ ਕਰਦੇ ਹੈਗੇ ਹਾਂ। ਸੋ ਇਹ ਇੰਟਰਵਿਊ ਇਹਦੇ ਨਾਲ ਤੁਹਾਨੂੰ ਵੀ ਜ਼ਰੂਰ ਮੈਨੂੰ ਲੱਗਦਾ ਕਿ ਪੋਜ਼ਿਟਿਵਿਟੀ ਮਿਲੇਗੀ। ਜੇ ਤੁਸੀਂ ਰਿਫਿਊਜ਼ ਵੀ ਹੋ ਚੁੱਕੇ ਸੀਗੇ ਤਾਂ ਵੀ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਬਹੁਤ ਸਾਰੇ ਐਸੇ ਅੱਜ ਵੀ ਇੱਕ ਵੀਜ਼ਾ ਆਇਆ ਜਿਹਦੇ ਵਿੱਚ ਬੰਦੇ ਦੇ 3 ਰਿਫਿਊਜ਼ਲ ਸੀ। ਸੋ 3 ਰਿਫਿਊਜ਼ਲ ਤੋਂ ਬਾਅਦ ਉਹਨੂੰ ਵੀਜ਼ਾ ਮਿਲਿਆ ਹੈਗਾ। ਸੋ ਪਰਪਸ ਥੋੜ੍ਹਾ ਜਿਹਾ ਚੇਂਜ ਕਰਨਾ ਪਏਗਾ। ਥੋੜ੍ਹੀ ਜਿਸ ਤਰ੍ਹਾਂ ਅਸੀਂ ਪਰਪਸ ਦੀ ਗੱਲ ਕਰ ਰਹੇ, ਲੈਟਰ ਆਫ ਇੰਟੈਂਟ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ, ਕਿਉਂਕਿ ਬਹੁਤ ਵਾਰ ਦੇਖੋ ਸਾਨੂੰ ਇਹ ਰੀਜ਼ਨ ਲੱਗ ਕੇ ਆ ਜਾਂਦਾ ਕਿ ਤੁਹਾਡਾ ਇੰਟੈਂਟ ਉੱਥੇ ਪਹੁੰਚਣ ਦਾ ਸਹੀ ਨਹੀਂ ਸੀਗਾ, ਤਾਂ ਕਿਉਂ ਨਾ ਉਸ ਇੰਟੈਂਟ ਨੂੰ ਅਸੀਂ ਪਹਿਲਾਂ ਹੀ ਡਿਸਕ੍ਰਾਈਬ ਕਰਕੇ ਦਈਏ। ਸੋ ਉਹਦੇ ਵਿੱਚ ਹਰ ਚੀਜ਼ ਤੁਸੀਂ ਮੈਂਸ਼ਨ ਕਰਨੀ ਹੈਗੀ ਹੈ, ਜੋ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਕਰ ਰਹੇ ਹੋ, ਤੁਸੀਂ ਵਾਪਸ ਕਿਉਂ ਆਓਗੇ, ਤੁਹਾਡੇ ਪਿੱਛੇ ਕੌਣ ਹੈ, ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਫਾਈਨੈਂਸ਼ੀਅਲਸ ਕਿੰਨੇ ਹੈਗੇ ਨੇ, ਤੁਹਾਡੀ ਜ਼ਮੀਨ ਜਾਇਦਾਦ ਕਿੰਨੀ ਹੈਗੀ ਹੈ, ਤੁਹਾਡਾ ਕੀ ਰੀਜ਼ਨ ਬਣਦਾ ਹੈ ਕਿ ਤੁਸੀਂ ਉੱਥੇ ਰਹਿ ਨਹੀਂ ਜਾਓਗੇ ਕਿਉਂਕਿ ਤੁਹਾਡਾ ਇੱਥੇ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਜਾਂ ਫਿਰ ਨੌਕਰੀ ਤੁਹਾਡੀ ਬਹੁਤ ਵਧੀਆ ਚੱਲ ਰਹੀ। ਸੋ ਇਹ ਸਾਰੀ ਚੀਜ਼ਾਂ ਜਿਹੜੀ ਹੈਗੀਆਂ ਉਹ ਲੈਟਰ ਆਫ ਇੰਟੈਂਟ ਦੇ ਵਿੱਚ ਮੈਂਸ਼ਨ ਕੀਤੀਆਂ ਜਾਂਦੀਆਂ ਨੇ ਖਾਸ ਕਰ। ਸੋ ਉਹਨੂੰ ਪੜ੍ਹਨ ਤੋਂ ਬਾਅਦ ਹੀ ਜਿਹੜਾ ਹੈਗਾ ਤੁਹਾਨੂੰ ਵੀਜ਼ਾ ਗ੍ਰਾਂਟ ਕੀਤਾ ਜਾਂਦਾ। ਖਾਸ ਕਰ ਇਹ ਚੀਜ਼ਾਂ ਉਸ ਕੇਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਜਿੱਥੇ ਕਿ ਬੰਦੇ ਦਾ ਰਿਫਿਊਜ਼ਲ ਲੱਗ ਚੁੱਕਿਆ। ਸੋ ਰਿਫਿਊਜ਼ਲ ਦੇ ਕੱਲ੍ਹ ਵੀ ਮੈਨੂੰ ਮਿਲ ਕੇ ਗਏ ਆਫਿਸ ਦੇ ਵਿੱਚ, ਸਾਡੇ ਤੋਂ ਹੀ ਰਿਫਿਊਜ਼ ਹੋਇਆ ਸੀ ਕੈਂਡੀਡੇਟ, ਬਹੁਤ ਜ਼ਿਆਦਾ ਨਿਰਾਸ਼ ਹਤਾਸ਼ ਸੀਗਾ। ਹਾਲਾਂਕਿ ਉਹ ਇੱਕ ਰੈਫਰੈਂਸ ਫਿਰ ਵੀ ਮੈਨੂੰ ਦੇ ਕੇ ਗਿਆ ਕਿਉਂਕਿ ਕੰਮ ਬਹੁਤ ਜ਼ਿਆਦਾ ਵਧੀਆ ਉਹਨਾਂ ਨੂੰ ਲੱਗਿਆ ਸੀਗਾ ਮੇਰਾ। ਬਟ ਹਮੇਸ਼ਾ ਹੀ ਸਲਾਹ ਹੁੰਦੀ ਹੈ ਕਿ ਰਿਫਿਊਜ਼ਲ ਆਉਣ ਤੋਂ ਬਾਅਦ ਇੰਨੇ ਜ਼ਿਆਦਾ ਹਤਾਸ਼ ਨਾ ਹੋ, ਜ਼ਿੰਦਗੀ ਇੱਥੇ ਖਤਮ ਨਹੀਂ ਹੋ ਜਾਂਦੀ। ਇੰਡੀਆ ਵੀ ਬਹੁਤ ਵਧੀਆ ਕੰਟਰੀ ਔਰ ਮੇਰਾ ਯਕੀਨ ਰੱਖੋ ਜਿਸ ਹਿਸਾਬ ਦੇ ਨਾਲ ਇਸ ਸਮੇਂ ਜਿਹੜਾ ਹੈਗਾ ਚੱਲ ਰਿਹਾ ਹੈਗਾ ਵਿਜ਼ਟਰ ਵੀਜ਼ਾ ਦਾ ਟ੍ਰੈਂਡ, ਤਾਂ ਮੈਨੂੰ ਲੱਗਦਾ ਕਿ ਬਹੁਤ ਛੇਤੀ ਜਿਹੜੇ ਰਿਫਿਊਜ਼ਡ ਕੈਂਡੀਡੇਟਸ ਵੀ, ਜਿਸ ਤਰ੍ਹਾਂ ਅੱਜ 3 ਵਾਰ ਰਿਫਿਊਜ਼ਡ ਹੋਏ ਬੰਦੇ ਦਾ ਵੀਜ਼ਾ ਲੱਗ ਕੇ ਆਇਆ, ਤਾਂ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਐਸੇ ਜਿਹੜੇ ਰਿਫਿਊਜ਼ਡ ਹੋ ਚੁੱਕੇ ਨੇ 2-2 3-3 ਵਾਰ। ਸੋ 3 ਵਾਰ ਦੀ ਤਾਂ ਗਰੰਟੀ ਹੋ ਗਈ, ਦੇਖ ਲਓ ਤੁਹਾਡੇ ਸਾਹਮਣੇ ਹੀ। ਔਰ ਉਹਨਾਂ ਦੇ ਵੀ ਅਸੀਂ ਕਰਾਂਗੇ ਜ਼ਰੂਰ ਟੈਸਟੀਮੋਨੀਅਲ। ਸੋ ਉਹਦੇ ਨਾਲ ਵੀ ਤੁਹਾਨੂੰ ਜ਼ਿਆਦਾ ਕਲੈਰਿਟੀ ਹੋ ਜਾਏਗੀ। ਕੋਈ ਗੱਲਾਂ ਤੇ ਇਕੱਲਾ ਵਿਸ਼ਵਾਸ ਨਾ ਕਰਿਆ ਕਰੋ, ਪ੍ਰੂਫ ਜ਼ਰੂਰ ਦੇਖਿਆ ਕਰੋ। ਗੱਲਾਂ ਕਰਨ ਵਾਲੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਨੇ, ਬਟ ਵੀਜ਼ਾ ਸ਼ੋਅ ਕਰਨ ਵਾਲਾ, ਆਪਣਾ ਸਕਸੈਸ ਸ਼ੋਅ ਕਰਨ ਵਾਲਾ ਮੈਨੂੰ ਲੱਗਦਾ ਇਕੱਲਾ ਵੀਬੀ ਵੀਜ਼ਾ ਹੈਗਾ। ਜੇ ਖਾਸ ਕਰ ਅਸੀਂ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ 90% ਦੀ ਸਕਸੈਸ ਰੇਟ ਕੋਈ ਛੋਟਾ ਸਕਸੈਸ ਰੇਟ ਨਹੀਂ ਹੈਗਾ ਔਰ ਇੰਨੇ ਲੰਬੇ ਸਮੇਂ ਤੋਂ ਇਸ ਨੂੰ ਮੇਨਟੇਨ ਕਰਦੇ ਆ ਰਹੇ ਹਾਂ। ਸੋ ਮੈਂ ਆਪਣੀ ਟੀਮ ਨੂੰ ਵੀ ਖਾਸ ਕਰ ਵਧਾਈ ਦਿੰਦਾ ਜਿਨ੍ਹਾਂ ਨੇ ਕਿ ਕਲਾਇੰਟ ਨਾਲ ਕਮਿਟਮੈਂਟ ਵੀ ਵਧੀਆ ਕਰਦੇ ਨੇ, ਉਹਨੂੰ ਪ੍ਰੋਪਰ ਗਾਈਡ ਕੀਤਾ ਜਾਂਦਾ ਕਿਉਂਕਿ ਕਲਾਇੰਟ ਨੂੰ ਹਰ ਸਮੇਂ ਦੀ ਨੌਲੇਜ ਨਹੀਂ ਹੁੰਦੀ ਸੀ। ਡਾਕੂਮੈਂਟੇਸ਼ਨ 'ਤੇ ਵੀ ਗੱਲ ਕਰਨੀ ਕੀ ਸਾਨੂੰ ਡਾਕੂਮੈਂਟਸ ਚਾਹੀਦੇ ਹੁੰਦੇ ਨੇ। ਸੋ ਡਾਕੂਮੈਂਟਸ ਦੱਸਣ ਨੂੰ ਤਾਂ 5-7 ਚੀਜ਼ਾਂ ਹੁੰਦੀਆਂ, ਬਟ ਉਹਦੇ ਨਾਲ ਅਟੈਚ ਜਿਹੜੇ ਡਾਕੂਮੈਂਟਸ ਹੁੰਦੇ ਨੇ ਉਸ 'ਤੇ ਵੀ ਬਹੁਤ ਖਾਸ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ। ਸੋ ਡਾਕੂਮੈਂਟਸ ਦੇ ਬਾਰੇ ਅਸੀਂ ਗੱਲ ਕਰ ਲੈਂਦੇ। ਸਭ ਤੋਂ ਪਹਿਲੇ ਤਾਂ ਤੁਹਾਡਾ ਪਾਸਪੋਰਟ ਜ਼ਰੂਰੀ ਹੈ। ਪਾਸਪੋਰਟ ਦੀ ਵੈਲਿਡਿਟੀ ਜ਼ਰੂਰ ਚੈੱਕ ਕਰ ਲਿਆ ਕਰੋ ਕਿ ਤੁਹਾਡੀ ਪਾਸਪੋਰਟ ਦੀ ਕਿੰਨੀ ਵੈਲਿਡਿਟੀ ਰਹਿ ਗਈ। ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ 6 ਮਹੀਨੇ ਦੀ ਹੈਗੀ ਹੈ, ਸਾਲ ਦੀ ਹੈਗੀ ਹੈ, ਤਾਂ ਫਿਰ ਨਵਾਂ ਪਾਸਪੋਰਟ ਅਪਲਾਈ ਕਰੋ, ਉਹਨੂੰ ਰੀਨਿਊ ਕਰਾਓ, ਤਾਂ ਹੀ ਕੈਨੇਡਾ ਲਈ ਅਪਲਾਈ ਕਰੋ। ਕਿਉਂਕਿ ਕੈਨੇਡਾ ਦਾ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਜਿਹੜਾ ਵੀਜ਼ਾ ਲੱਗਦਾ ਹੈਗਾ ਤੁਹਾਨੂੰ ਜਦ ਤੱਕ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਹੈਗੀ ਤਦ ਤੱਕ ਲੱਗਦੀ। ਸੋ ਬੈਟਰ ਇਹੀ ਹੈ ਕਿ ਵੱਡੀ ਵੈਲਿਡਿਟੀ ਜਦੋਂ ਤੁਹਾਡੇ ਪਾਸਪੋਰਟ ਦੀ ਹੁੰਦੀ ਹੈ, ਤੁਹਾਡੇ ਕੋਲ ਚਾਂਸਿਸ ਹੁੰਦੇ ਤੁਸੀਂ ਵਾਪਸ ਆ ਕੇ ਵੀ ਉੱਥੇ ਜਾ ਸਕਦੇ ਹੋ। ਸੋ ਇਹ ਇੱਕ ਚੀਜ਼ ਸਭ ਤੋਂ ਪਹਿਲਾਂ ਮੇਰਾ ਪਾਸਪੋਰਟ ਲਈ ਤੁਹਾਨੂੰ ਇਹੀ ਸਲਾਹ ਹੈਗੀ ਹੈ। ਹੁਣ ਦੂਸਰੀ ਜਿਹੜੀ ਚੀਜ਼ ਵਿਜ਼ਟਰ ਵੀਜ਼ਾ ਲਈ ਖਾਸ ਕਰ, ਬਲਕਿ ਹਰ ਵੀਜ਼ਾ ਲਈ ਖਾਸ ਕਰ ਜਿਹੜੀ ਜ਼ਰੂਰੀ ਹੈਗੀ ਉਹ ਤੁਹਾਡਾ ਬੈਂਕ ਬੈਲੈਂਸ ਜਾਂ ਤੁਹਾਡੀ ਸੇਵਿੰਗ ਹੈਗੀ ਹੈ। ਸੋ ਬੈਂਕ ਬੈਲੈਂਸ ਤੁਹਾਡਾ ਕੋਈ ਡਿਫਾਈਨਡ ਨਹੀਂ ਹੈਗਾ ਕਿਤੇ ਕਿ ਸਾਨੂੰ ਕਿੰਨਾ ਚਾਹੀਦਾ। ਅਸੀਂ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਜੇ ਤੁਸੀਂ ਐਜ਼ ਏ ਸਿੰਗਲ ਟਰੈਵਲ ਕਰਨਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ, ਤੇ 8 ਤੋਂ 10 ਲੱਖ ਦਾ ਬੈਲੈਂਸ ਤੁਹਾਡੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ। ਜਿੰਨਾ ਜ਼ਿਆਦਾ ਬੈਲੈਂਸ ਹੋਏਗਾ ਉਹਨਾਂ ਤੁਹਾਡੇ ਲਈ ਬੈਨੀਫੀਸ਼ੀਅਲ ਹੈਗਾ ਕਿਉਂਕਿ ਦੇਖੋ ਇਸੀ ਚੀਜ਼ ਨਾਲ ਐਮਬੈਸੀ ਆਫਿਸਰ ਇਹ ਚੀਜ਼ ਐਸਰਟੇਨ ਕਰਦਾ ਹੈ ਕਿ ਬੈਂਕ ਬੈਲੈਂਸ ਵਧੀਆ ਹੈਗਾ। ਕਿਉਂਕਿ ਬੰਦੇ ਦਾ ਕਾਰੋਬਾਰ ਅੱਛਾ ਸੀਗਾ, ਕਮਾ ਰਿਹਾ ਸੀਗਾ ਔਰ ਕਮਾਈ ਕਰਕੇ ਖਰਚੇ ਕਰਕੇ ਵੀ ਸਾਰਾ ਕੁਝ ਜਿਹੜਾ ਹੈਗਾ ਉਹ ਇੰਨਾ ਪੈਸਾ ਬਚਾ ਰਿਹਾ ਸੀ, ਤਾਂ ਡੈਫੀਨੇਟਲੀ ਜਿਹਦਾ ਇੱਥੇ ਬਹੁਤ ਵਧੀਆ ਸੈਟਲਮੈਂਟ ਹੈਗੀ ਹੈ ਤਾਂ ਵਾਪਸ ਉਹ ਇੰਡੀਆ ਆਏਗਾ ਹੀ ਆਏਗਾ। ਸੋ ਇਹ ਚੀਜ਼ ਬੈਂਕ ਜੇ ਕਹੀਏ ਫਾਈਨਾਂਸ ਤੁਹਾਡਾ ਇੱਕ ਬੈਕਬੋਨ ਹੈਗਾ। ਬਾਕੀ ਫਾਈਨਾਂਸ ਦੇ ਵਿੱਚ ਬਾਕੀ ਲਿਕੁਇਡ ਦੇ ਵਿੱਚ ਆਪਾਂ ਬਹੁਤ ਸਾਰੀ ਚੀਜ਼ਾਂ ਸ਼ੋਅ ਕਰ ਸਕਦੇ, ਜਿਸ ਤਰ੍ਹਾਂ ਤੁਹਾਡੇ FDs ਵੀ ਇੱਕ ਤਰ੍ਹਾਂ ਦਾ ਬੈਂਕ ਬੈਲੈਂਸ ਹੀ ਹੈਗਾ। ਸੋ ਉਹਦੇ ਵਿੱਚ ਕਨਫਿਊਜ਼ ਨਹੀਂ ਸਾਨੂੰ ਹੋਣਾ ਚਾਹੀਦਾ। FD ਅਗਰ ਤੁਹਾਡੇ ਕੋਲ ਹੈਗੀ ਹੈ ਉਹ ਵੀ ਤੁਹਾਡਾ ਬੈਂਕ ਬੈਲੈਂਸ ਹੀ ਕਾਊਂਟ ਹੋ ਜਾਏਗਾ ਕਿਉਂਕਿ ਲਿਕੁਇਡ ਹੀ ਹੈਗਾ, ਉਹਨੂੰ ਵੀ ਜਦੋਂ ਅਸੀਂ ਮਰਜ਼ੀ ਤੁੜਵਾ ਸਕਦੇ ਕਿਉਂਕਿ ਅਮੂਮਨ ਲੋਕ ਜ਼ਿਆਦਾ ਪੈਸਾ ਸੇਵਿੰਗ ਦੇ ਵਿੱਚ ਨਹੀਂ ਰੱਖਦੇ ਔਰ FDs ਦੇ ਵਿੱਚ ਹੀ ਰੱਖਦੇ ਨੇ। ਸੋ ਉਹਦੇ ਇੱਕ ਤਰ੍ਹਾਂ ਦਾ ਬੈਂਕ ਬੈਲੈਂਸ ਸਰਟੀਫਿਕੇਟ ਹੀ ਹੈਗਾ ਉਹ। ਤੁਸੀਂ ਜਿਹੜਾ ਅਗਰ ਤੁਹਾਡੇ ਕੋਲ ਗੋਲਡ ਹੈਗਾ ਉਹਦਾ ਸਰਟੀਫਿਕੇਟ ਬਣਾ ਲਓ, ਉਹ ਚੀਜ਼ ਤੁਹਾਡੀ ਚੱਲ ਜਾਏਗੀ। ਸੋ ਬਹੁਤ ਸਾਰੀ ਐਸੀ ਚੀਜ਼ਾਂ ਜਿਹੜੀ ਲਿਕੁਇਡ ਦੇ ਵਿੱਚ ਤੁਸੀਂ ਜਿਹਦਾ ਸਰਟੀਫਿਕੇਟ ਬਣਾ ਕੇ ਔਰ ਉਹਨੂੰ ਐਮਬੈਸੀ ਦੇ ਵਿੱਚ ਸ਼ੋਅ ਕਰ ਸਕਦੇ ਹੋ ਕਿ ਮੈਂ ਇਹਨਾਂ ਚੀਜ਼ਾਂ ਦੇ ਪੋਜੈਸ਼ਨ ਵਿੱਚ ਹੈਗਾ। ਇਹਦਾ ਕਹਿਣ ਦਾ ਮਤਲਬ ਹੈ ਕਿ ਇੰਨੇ ਕਰੋੜੋਂ ਦੀ ਜਾਂ ਲੱਖਾਂ ਦੀ ਸੰਪत्ति ਮੇਰੇ ਕੋਲ ਹੈਗੀ ਹੈ। ਸੋ CA ਵੈਲਿਊਏਸ਼ਨ ਤੁਸੀਂ ਬਣਾ ਸਕਦੇ ਹੋ। ਜਿੰਨੇ ਡਾਕੂਮੈਂਟ ਤੁਸੀਂ ਐਡ ਕਰਦੇ ਜਾਓਗੇ
ਓਨਾ ਹੀ ਮੈਨੂੰ ਲੱਗਦਾ ਕਿ ਤੁਹਾਡੇ ਚਾਂਸਿਸ ਵੱਧਦੇ ਜਾਣਗੇ। ਔਰ ਹੁੰਦਾ ਵੀ ਇਸ ਤਰ੍ਹਾਂ ਹੈਗਾ ਕਿਉਂਕਿ ਜਦੋਂ ਇੱਕ ਫਾਈਲ ਸਾਹਮਣੇ ਐਮਬੈਸੀ ਅਫਸਰ ਦੇ ਆਉਂਦੀ ਹੈ, ਜਦੋਂ ਉਹਨੂੰ ਐਡਾ ਵੱਡਾ ਫਾਈਲ ਦੇ ਵਿੱਚ ਹਰ ਚੀਜ਼ ਨੀਟ ਐਂਡ ਕਲੀਨ ਲੱਗੀ ਮਿਲਦੀ ਹੈ, ਤੁਹਾਡੇ ਬੈਂਕ ਸਟੇਟਮੈਂਟਸ ਵੀ ਲੱਗੇ ਹੋਏ ਨੇ, ਉਹਦੇ ਵਿੱਚ ਤੁਹਾਡੇ ਸੀਏ ਦੀ ਵੈਲਿਊਏਸ਼ਨ ਵੀ ਲੱਗੀ ਹੋਈ ਹੈ, ਤੁਹਾਡੇ ਡਾਕੂਮੈਂਟ ਬੜੇ ਨੀਟ ਐਂਡ ਕਲੀਨ ਹੈਗੇ ਨੇ। ਤੁਹਾਡੀ ITRs ਦੀ ਵੀ ਜ਼ਰੂਰਤ ਪਏਗੀ ਕਿਉਂਕਿ ਦੇਖੋ ITRs ਵੀ ਤੁਹਾਡੀ ਇਨਕਮ ਸ਼ੋਅ ਕਰ ਰਹੀ ਕਿ ਇਸ ਬੰਦੇ ਦੀ ਕਿੰਨੀ ਇਨਕਮ ਸੀ। ਘੱਟ ਹੈਗੀ ITR, ਉਸ ਤੋਂ ਘਬਰਾਉਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ, ਬਟ ਕੋਸ਼ਿਸ਼ ਕਰੋ 5 ਲੱਖ ਤੱਕ ਦੀ ITR ਤੇ ਕੋਈ ਵੀ ਟੈਕਸ ਨਹੀਂ ਲੱਗਦਾ। ਸੋ ਕੋਸ਼ਿਸ਼ ਕਰੋ ਕਿ ਇੰਨੀ ITR ਤਾਂ ਤੁਹਾਡੀ ਹੋਣੀ ਚਾਹੀਦੀ ਹੈ। ਅਗਰ ਨਹੀਂ ਹੈਗੀ ਤਾਂ ਉਹਨੂੰ ਤੁਸੀਂ ਦੁਬਾਰਾ ਭਰਵਾ ਕੇ ਉਹਨਾਂ ਕਰ ਸਕਦੇ ਹੋ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਸਰ ਸਿਸਟਰ PR in Canada, mom dad valid visa Canada, one time refused 2020 family ties which only मैं मेरी एज 20 वर्क एग्रीकल्चर रीज़न टू कम बैक विच कोई नहीं, फादर गवर्नमेंट जॉब एंड वैलिड वीज़ा। देखो हाँ मैं इस चीज़ ਨੂੰ ਸਮਝ ਸਕਦਾ ਬਿਲਕੁਲ ਕਿ ਵਾਪਸ ਆਉਣ ਦਾ ਕੋਈ ਰੀਜ਼ਨ ਨਹੀਂ ਹੈਗਾ। ਮੈਂ ਤੁਹਾਨੂੰ ਅੱਜ ਦਾ ਜਿਹੜਾ ਸਾਡਾ ਵੀਜ਼ਾ ਹੈ ਉਹਦੇ ਵਿੱਚ ਵੀ ਸੇਮ ਟੂ ਸੇਮ ਤਕਰੀਬਨ ਪ੍ਰੋਫਾਈਲ ਹੈ। ਸਾਰੀ ਜਿਹੜੀ ਹੈਗੀ ਹੈ ਫੈਮਿਲੀ ਕੈਨੇਡਾ ਬੈਠੀ ਹੈਗੀ ਹੈ, ਦੋਨੋਂ ਬੇਟੀਆਂ ਕੈਨੇਡਾ ਬੈਠੀਆਂ ਹੈਗੀਆਂ, ਬ੍ਰਦਰ ਕੈਨੇਡਾ ਬੈਠਿਆ, ਲੇਕਿਨ ਫਿਰ ਵੀ ਵੀਜ਼ਾਜ਼ ਆਏ ਨੇ ਪੇਰੈਂਟਸ ਦੇ। ਸੋ ਉਹਨਾਂ ਦੇ ਵੀ ਪੇਰੈਂਟਸ ਦੀ ਏਜ ਵੀ ਕੋਈ ਜ਼ਿਆਦਾ ਨਹੀਂ ਹੈਗੀ, 40-47 ਸਾਲ ਦੇ ਹੈਗੇ ਨੇ। ਉਹਨਾਂ ਦੇ ਪਿੱਛੇ ਵੀ ਕੋਈ ਵੈਲਿਡ ਰੀਜ਼ਨ ਨਹੀਂ ਹੈਗਾ, ਨਾ ਉਹਨਾਂ ਦੀ ਗਵਰਨਮੈਂਟ ਜੋਬ ਹੈਗੀ ਹੈ ਔਰ ਨਾ ਹੀ ਕੋਈ ਇਸ ਤਰ੍ਹਾਂ ਦਾ ਵੱਡਾ ਬਿਜ਼ਨਸ ਹੈਗਾ, ਬਟ ਫਿਰ ਵੀ ਉਹਨਾਂ ਨੂੰ ਵੀਜ਼ਾ ਮਿਲਿਆ। ਲੈਟਰ ਆਫ ਇੰਟੈਂਟ ਬਹੁਤ ਜ਼ਿਆਦਾ ਮੈਟਰ ਕਰੇਗਾ ਇਹਦੇ ਵਿੱਚ। ਹੋਰ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਤੁਸੀਂ ਨੰਬਰ ਦਿੱਤਾ ਉਸ 'ਤੇ ਆਪਣੇ ਡਾਕੂਮੈਂਟ ਸ਼ੇਅਰ ਕਰ ਲਓ, ਵਧੀਆ ਤੁਹਾਨੂੰ ਜਿਹੜੇ ਹੈਗੇ ਸਲਾਹ ਦੇਵਾਂਗੇ। ਔਰ ਇਸ ਤਰ੍ਹਾਂ ਦੇ ਕੇਸਾਂ 'ਤੇ ਬਹੁਤ ਹੀ ਜ਼ਿਆਦਾ ਚਾਂਸਿਸ ਹੈਗੇ ਕਿ ਤੁਹਾਨੂੰ ਵੀਜ਼ਾ ਜਿਹੜਾ ਹੈਗਾ ਗ੍ਰਾਂਟ ਹੋ ਜਾਏ। ਸੋ ਅਸੀਂ ਡਾਕੂਮੈਂਟਸ ਦੀ ਗੱਲ ਕਰ ਰਹੇ ਸੀਗੇ, ਇਹਦੇ ਵਿੱਚ ITR ਦੀ ਅਸੀਂ ਗੱਲ ਕੀਤੀ। ਉਸ ਤੋਂ ਬਾਅਦ ਮੈਂ ਕਹੂੰਗਾ ਕਿ ਤੁਹਾਡਾ ਜਿਹੜਾ ਵੀ ਤੁਹਾਡਾ ਵਰਕ ਜਾਂ ਬਿਜ਼ਨਸ ਤੋਂ ਰਿਲੇਟਡ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਹੈਗੇ, ਛੋਟੇ ਤੋਂ ਛੋਟਾ ਡਾਕੂਮੈਂਟ ਵੀ ਅਸੀਂ ਨਹੀਂ ਛੱਡਣਾ, ਚਾਹੇ ਉਹ ਜਿੱਥੇ ਤੁਸੀਂ ਕੰਮ ਕਰੋ ਉੱਥੇ NOC ਦੀ ਗੱਲ ਹੋਏ ਜਾਂ ਫਿਰ ਸੈਲਰੀ ਸਰਟੀਫਿਕੇਟ ਦੀ ਗੱਲ ਹੋਏ ਜਾਂ ਫਿਰ ਤੁਹਾਡਾ ਅਗਰ ਬੈਂਕ ਦੇ ਵਿੱਚ ਰੈਗੂਲਰ ਤੌਰ 'ਤੇ ਤੁਹਾਡਾ ਜਿਹੜਾ ਹੈਗਾ ਸੈਲਰੀਜ਼ ਆ ਰਹੀ ਸੀਗੀ ਉਹ ਵਾਲਾ ਬੈਂਕ ਅਕਾਊਂਟ ਹੋਏ, ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਅਸੀਂ ਨਹੀਂ ਛੱਡਣਾ। ਜੇ ਨਾਲ ਦੀ ਨਾਲ ਅਸੀਂ ਬਿਜ਼ਨਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਕੰਪੀਟੀਸ਼ਨ ਵੀ ਤੁਹਾਡੀ ਮਸਟ ਹੈਗੀ, ਤੁਹਾਡੇ ਪ੍ਰੋਫਿਟ ਐਂਡ ਲੋਸ, ਬੈਲੈਂਸ ਸ਼ੀਟ, ਇਹ ਸਾਰੀ ਚੀਜ਼ਾਂ ਵੀ ਆਪਾਂ ਨੂੰ ਸ਼ੋਅ ਕਰਨੀਆਂ ਪੈਣਗੀਆਂ। ਖਾਲੀ ਅਸੀਂ ਸ਼ੋਅ ਕਰਦੇ ਕਿ ਅਸੀਂ ਇੱਕ ਬਿਜ਼ਨਸ ਕਰਦੇ ਸੀ, ਆਪਣਾ ਲੈਟਰ ਹੈਡ ਲਗਾ ਦਈਏ, ਉਹਦੇ ਨਾਲ ਕੰਮ ਨਹੀਂ ਚੱਲਣਾ। ਕੰਮ ਪੂਰਾ ਹੋਣਾ ਚਾਹੀਦਾ ਤਾਂ ਕਿ ਸ਼ੋਅ ਹੋਏ ਕਿ ਇਹ ਬਿਜ਼ਨਸ ਵਾਕਈ ਹੀ ਇੱਕ ਜੈਨੂਅਨ ਬਿਜ਼ਨਸ ਹੈਗਾ, ਇਸ ਦਾ GST ਵੀ ਹੈਗਾ। ਅਗਰ MSME ਦੇ ਵਿੱਚ ਰਜਿਸਟਰ ਹੈਗਾ ਤਾਂ ਉਹ ਵੀ ਤੁਹਾਨੂੰ ਸਰਟੀਫਿਕੇਟ ਨਾਲ ਲਗਾਉਣਾ ਪਵੇਗਾ। ਸੋ ਇਹ ਸਾਰੀ ਚੀਜ਼ਾਂ ਜਦੋਂ ਤੁਸੀਂ ਕਰੋਗੇ, ਮੈਂ ਉਹੀ ਕਿਹਾ ਕਿ ਨਾਮ ਨੂੰ ਸਿਰਫ ਇੱਕ ਵਰਕ ਐਕਸਪੀਰੀਅੰਸ, ਲੇਕਿਨ ਵਰਕ ਐਕਸਪੀਰੀਅੰਸ ਦੇ ਨਾਲ ਜੋ ਵੀ ਤੁਹਾਡੀ ਜੋਬ ਰਿਸਪੌਂਸਿਬਿਲਿਟੀ ਹੈਗੀ ਹੈ, ਤੁਹਾਡੇ ਸੈਲਰੀ ਦੇ ਸਰਟੀਫਿਕੇਟ ਹੈਗੇ, ਉਹ ਸਾਰੇ ਸਰਟੀਫਿਕੇਟ ਅਟੈਚ ਹੋਣੇ ਚਾਹੀਦੇ, ਤਾਂ ਹੀ ਉਹਨੂੰ ਮੰਨਿਆ ਜਾਏਗਾ ਕਿ ਇਹ ਵਾਕਈ ਹੀ ਜੈਨੂਅਨ ਜਿਹੜਾ ਹੈਗਾ ਡਾਕੂਮੈਂਟ ਲੱਗਿਆ ਹੋਇਆ ਔਰ ਇਸ ਦੀ ਤਸਦੀਕ ਹੈਗੀ ਹੈ। ਸੋ ਇਹ 3-4 ਚੀਜ਼ਾਂ ਵੈਸੇ ਤਾਂ ਮੇਨ ਹੈਗੀਆਂ ਨੇ, ਬਟ ਇਸ ਤੋਂ ਇਲਾਵਾ ਵੀ ਜਿੰਨੇ ਕਿ ਤੁਸੀਂ ਜੋ ਵੀ ਚੀਜ਼ ਤੁਹਾਡੀ ਬਿਜ਼ਨਸ ਸ਼ੋਅ ਕਰਦੀ ਹੈ ਜਾਂ ਤੁਹਾਡੀ ਇਨਕਮ ਸ਼ੋਅ ਕਰਦੀ ਹੈ ਉਹ ਜ਼ਰੂਰ ਅਟੈਚ ਕਰੋ, ਔਰ ਉਸ ਦੇ ਨਾਲ ਤੁਹਾਡੇ ਜਿਹੜਾ ਵੀਜ਼ਾ ਦੇ ਚਾਂਸਿਸ ਲਗਾਤਾਰ ਜਿਹੜਾ ਹੈਗੇ ਵੱਧਦੇ ਜਾਣਗੇ। ਸੋ ਮੈਂ ਬਹੁਤ ਸਾਰੇ ਜਿਹੜੇ ਹੈਗੇ ਆ ਟੌਪਿਕਸ ਅੱਜ ਸਿਲੈਕਟ ਕੀਤੇ ਨੇ। ਕੋਸ਼ਿਸ਼ ਕੀਤੀ ਹੈ ਕਿ ਐਸੇ ਟੌਪਿਕ 'ਤੇ ਅਸੀਂ ਗੱਲ ਕਰੀਏ ਜਿਹੜੇ ਕਿ ਪਹਿਲਾਂ ਡਿਸਕਸ ਨਹੀਂ ਕਰ ਪਾਏ ਆਪਾਂ। ਸੋ ਅੱਗੇ ਚੱਲਣ ਤੋਂ ਪਹਿਲਾਂ ਮੈਂ ਕਹੂੰਗਾ ਕੈਮਰਾਮੈਨ ਨੂੰ ਅਗਰ ਇੱਕ ਬ੍ਰੇਕ ਲੈ ਸਕਣ ਔਰ ਸਕਸੈਸ ਸਟੋਰੀ ਦੁਬਾਰਾ ਦਿਖਾ ਸਕਣ, ਕਿਉਂਕਿ ਸਕਸੈਸ ਸਟੋਰੀ ਜਦੋਂ ਸ਼ੇਅਰ ਹੁੰਦੀ ਹੈ ਕਿ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਮਿਲਦੀ ਹੈਗੀ ਹੈ ਕੈਂਡੀਡੇਟਸ ਨੂੰ। ਸਾਡੇ ਕੋਲ 2 ਵੀਜ਼ੇ ਰਿਸੀਵ ਹੋਏ ਨੇ, ਮਿਸਟਰ ਕੁਲਦੀਪ ਸਿੰਘ ਖੁਰਮੀ ਐਂਡ ਮਿਸਿਸ ਜਸਕਿੰਦਰ ਕੌਰ ਖੁਰਮੀ। ਫਸਟ ਆਫ ਆਲ ਤਾਂ ਸਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਮੈਮ, ਥੈਂਕ ਯੂ। ਕੀ ਐਕਸਪੀਰੀਅੰਸ ਰਿਹਾ ਤੁਹਾਡਾ ਵੀਵੀ ਵੀਜ਼ਾ ਦੇ ਨਾਲ? ਬਹੁਤ ਅੱਛਾ ਐਕਸਪੀਰੀਅੰਸ ਰਿਹਾ ਮੈਮ। ਪੇਪਰ ਵਰਕ ਬਹੁਤ ਛੇਤੀ ਹੋ ਗਿਆ, ਸਾਰਾ ਲਾਈਨ ਅਪ ਕਰ ਚੁੱਕੇ ਸੀਗੇ। ਤੇ ਕਿੰਨੇ ਦਿਨਾਂ ਦੇ ਅੰਦਰ ਤੁਹਾਡਾ ਵੀਜ਼ਾ ਰਿਸੀਵ ਹੋ ਗਿਆ ਸਰ? ਵੀਜ਼ਾ ਸਾਡਾ 4 ਤੋਂ 5 ਦਿਨਾਂ ਚ ਰਿਸੀਵ ਹੋ ਗਿਆ ਸੀ ਮੈਮ। ਓਕੇ, ਤੇ 4 ਤੋਂ 5 ਦਿਨਾਂ ਚ ਹੋ ਗਿਆ। ਬਹੁਤ ਅਪਰੀਸ਼ੀਏਟ ਕਰਦਾ ਮੈਂ ਤੁਹਾਡੀ ਟੀਮ ਨੂੰ, ਜਿਹੜਾ ਤੁਸੀਂ ਪੇਪਰ ਵਰਕ ਟਾਈਮ ਤੇ ਕੀਤਾ ਔਰ ਹਰ ਚੀਜ਼ ਲਾਈਨ ਅਪ ਸੀਗੀ। ਥੈਂਕ ਯੂ ਵੈਰੀ ਮਚ ਮੈਮ। ਓਕੇ ਸਰ, ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ, ਥੈਂਕ ਯੂ। ਸਾਡੇ ਕੋਲ 2 ਵੀਜ਼ੇ ਰਿਸੀਵ ਹੋਏ ਨੇ, ਮਿਸਟਰ ਕੁਲਦੀਪ ਸਿੰਘ ਖੁਰਮੀ ਐਂਡ ਮਿਸਿਸ ਜਸਕਿੰਦਰ ਕੌਰ ਖੁਰਮੀ। ਫਸਟ ਆਫ ਆਲ ਤਾਂ ਸਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਮੈਮ, ਥੈਂਕ ਯੂ। ਕੀ ਐਕਸਪੀਰੀਅੰਸ ਰਿਹਾ ਤੁਹਾਡਾ ਵੀਵੀ ਵੀਜ਼ਾ ਦੇ ਨਾਲ? ਬਹੁਤ ਅੱਛਾ ਐਕਸਪੀਰੀਅੰਸ ਰਿਹਾ ਮੈਮ। ਪੇਪਰ ਵਰਕ ਬਹੁਤ ਛੇਤੀ ਹੋ ਗਿਆ, ਸਾਰਾ ਲਾਈਨ ਅਪ ਕਰ ਚੁੱਕੇ ਸੀਗੇ। ਤੇ ਕਿੰਨੇ ਦਿਨਾਂ ਦੇ ਅੰਦਰ ਤੁਹਾਡਾ ਵੀਜ਼ਾ ਰਿਸੀਵ ਹੋ ਗਿਆ ਸਰ? ਵੀਜ਼ਾ ਸਾਡਾ 4 ਤੋਂ 5 ਦਿਨਾਂ ਚ ਰਿਸੀਵ ਹੋ ਗਿਆ ਸੀ ਮੈਮ। ਓਕੇ, ਤੇ 4 ਤੋਂ 5 ਦਿਨਾਂ ਚ ਹੋ ਗਿਆ। ਬਹੁਤ ਅਪਰੀਸ਼ੀਏਟ ਕਰਦਾ ਮੈਂ ਤੁਹਾਡੀ ਟੀਮ ਨੂੰ, ਜਿਹੜਾ ਤੁਸੀਂ ਪੇਪਰ ਵਰਕ ਟਾਈਮ ਤੇ ਕੀਤਾ ਔਰ ਹਰ ਚੀਜ਼ ਲਾਈਨ ਅਪ ਸੀਗੀ। ਥੈਂਕ ਯੂ ਵੈਰੀ ਮਚ ਮੈਮ। ਓਕੇ ਸਰ, ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ, ਥੈਂਕ ਯੂ।
ਅੱਜ ਮੈਂ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਬ੍ਰੇਕ ਤੋਂ ਬਾਅਦ। ਉਮੀਦ ਕਰਦਾ ਕਿ ਤੁਹਾਨੂੰ ਸਕਸੈਸ ਸਟੋਰੀ ਦੇਖ ਕੇ ਜ਼ਰੂਰ ਪੋਜ਼ਿਟਿਵਿਟੀ ਮਿਲ ਗਈ ਹੋਏ, ਕਿਉਂਕਿ ਮਾਰਕੀਟ ਦੇ ਵਿੱਚ ਵੀਜ਼ਾ ਦੇਖਣ ਨੂੰ ਨਹੀਂ ਮਿਲਦਾ। ਜੇ ਆਪਾਂ ਗੱਲ ਕਰੀਏ ਤਾਂ ਖਾਸ ਕਰ ਵਿਜ਼ਟਰ ਵੀਜ਼ਾ ਦੀ ਜਿੱਥੇ ਗੱਲ ਕਰਦੇ, ਐਡੀ ਵੱਡੀ ਮਾਤਰਾ ਦੇ ਵਿੱਚ ਵੀਜ਼ੇ ਨਹੀਂ ਮਿਲਦੇ। ਜੇ ਆਪਾਂ ਨੂੰ ਵੀਜ਼ਾਜ਼ ਮਿਲਦੇ ਵੀ ਨੇ ਤਾਂ ਦੇਖਾਂਗੇ ਬਹੁਤ ਹੀ ਬਜ਼ੁਰਗ ਬੰਦਿਆਂ ਦੇ ਜਾਂ ਫਿਰ ਬਹੁਤ ਹੀ ਜ਼ਿਆਦਾ ਵੈਲ ਸੈਟਲਡ ਦੇ ਜਿਹੜਾ ਹੈਗਾ ਵੀਜ਼ਾ ਮਿਲਦੇ। ਉਹ ਸਟੋਰੀਆਂ ਅਸੀਂ ਕਦੇ ਸ਼ੇਅਰ ਨਹੀਂ ਕਰਦੇ। ਬਹੁਤ ਜ਼ਿਆਦਾ ਉਮਰ ਹੈਗੀ, ਕਿਉਂਕਿ ਉਸ ਉਮਰ ਦੇ ਵਿੱਚ ਜ਼ਿਆਦਾਤਰ ਨੂੰ ਵੀਜ਼ਾਜ਼ ਮਿਲ ਜਾਂਦਾ ਅਗਰ ਤੁਹਾਡੇ ਰਿਸ਼ਤੇਦਾਰ ਉੱਥੇ ਰਹਿੰਦੇ ਨੇ। ਗਵਰਨਮੈਂਟ ਜੋਬ ਵਾਲੇ ਨੂੰ ਵੀ ਐਡਾ ਸੌਖਾ ਨਹੀਂ ਮਿਲਦਾ, ਲੇਕਿਨ ਫਿਰ ਵੀ ਆਪਾਂ ਉਹਨਾਂ ਦੇ ਵੀ ਸਟੋਰੀਆਂ ਨਹੀਂ ਸ਼ੇਅਰ ਕਰਦੇ। ਅਸੀਂ ਸਿਰਫ ਸਟੋਰੀ ਸ਼ੇਅਰ ਕਰਦੇ ਹਾਂ ਜਿਨ੍ਹਾਂ ਦਾ ਚੈਲੰਜ ਅਸੀਂ ਖੁਦ ਲੈ ਕੇ, ਜਿਨ੍ਹਾਂ ਦੀ ਪ੍ਰੋਫਾਈਲ, ਜਿਨ੍ਹਾਂ ਨੂੰ ਖੁਦ ਵਿਸ਼ਵਾਸ ਨਹੀਂ ਸੀਗਾ। ਖਾਸ ਕਰ ਤੁਸੀਂ ਹੁਣ ਜਿਹੜੇ ਪਹਿਲੀ ਸਟੋਰੀ ਦੇਖੀ ਸੀਗੀ ਸਕਸੈਸ ਸਟੋਰੀ, ਉਹਦੇ ਵਿੱਚ ਉਹਨਾਂ ਨੂੰ ਜਮਾਂ ਵੀ ਯਕੀਨ ਨਹੀਂ ਸੀਗਾ ਕਿ ਸਾਨੂੰ ਵੀਜ਼ਾ ਮਿਲ ਜਾਏਗਾ। ਸੋ ਐਸੀ ਸਟੋਰੀ ਅਸੀਂ ਸ਼ੇਅਰ ਕਰਦੇ ਤਾਂ ਕਿ ਪਤਾ ਲੱਗੇ ਮਾਰਕੀਟ ਦੇ ਵਿੱਚ ਕਿ ਐਸੇ ਕੇਸਿਸ 'ਤੇ ਵੀ ਵੀਜ਼ਾ ਹੋ ਸਕਦੇ। ਇੱਕ ਫਾਰਮਰ ਨੂੰ ਵੀ ਵੀਜ਼ਾ ਮਿਲ ਸਕਦਾ ਹੈ। ਇਸ ਲਾਈਵ ਸੈਸ਼ਨ ਹੋਣ ਤੋਂ ਬਾਅਦ ਮੇਰੇ ਕੋਲ ਫਾਰਮਰ ਦੀ ਪ੍ਰੋਫਾਈਲ ਵਾਲੇ 2 ਲੋਕ ਆ ਰਹੇ ਨੇ ਜਿਨ੍ਹਾਂ ਦਾ ਵੀਜ਼ਾ ਗ੍ਰਾਂਟ ਹੋ ਗਿਆ। ਸੋ ਉਹ ਵੀ ਅਗਲੇ ਸ਼ੋਅ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਬ੍ਰੇਕ ਦੇ ਦਰਮਿਆਨ ਉਹ ਦਿਖਾਇਆ ਜਾਏ, ਤਾਂ ਕਿ ਕਿਉਂਕਿ ਦੇਖੋ ਗੱਲ ਇਹ ਹੁੰਦੀ ਕਿ ਜਦੋਂ ਕਿਸੇ ਹੋਰ ਦਾ ਸੇਮ ਪ੍ਰੋਫਾਈਲ ਵਾਲੇ ਦਾ ਵੀਜ਼ਾ ਲੱਗਦਾ ਨਾ, ਤਾਂ ਹੀ ਯਕੀਨ ਆਉਂਦਾ ਕਿ ਮੇਰਾ ਵੀ ਪ੍ਰੋਫਾਈਲ ਤਾਂ ਇਸ ਤਰ੍ਹਾਂ ਦਾ ਹੀ ਹੈ। ਮੇਰੇ ਕੋਲ ਵੀ ਕੋਈ ਮੇਰਾ ਰੈਗੂਲਰਾਈਜ਼ ਪ੍ਰੋਫਾਈਲ ਨਹੀਂ ਹੈਗਾ, ਮੈਂ ਕੋਈ ਵਧੀਆ ਜੋਬ ਨਹੀਂ ਕਰਦਾ, ਜਾਂ ਮੇਰਾ ਕੋਈ ਵਧੀਆ ਬਿਜ਼ਨਸ ਨਹੀਂ ਹੈਗਾ। ਮੇਰੀ ਤਾਂ ਇੱਕ ਛੋਟੀ ਮੋਟੀ 25-30 ਹਜ਼ਾਰ ਦੀ ਨੌਕਰੀ ਹੈਗੀ, ਜਾਂ ਫਿਰ ਮੈਂ ਤਾਂ ਸਿਰਫ ਇੱਕ ਖੇਤੀਬਾੜੀ ਕਰਦਾ। ਕੀ ਮੇਰਾ ਵੀਜ਼ਾ ਆ ਸਕਦਾ ਹੈ? ਡੈਫੀਨੇਟਲੀ ਆ ਸਕਦਾ ਹੈ। ਇਹ ਸਕਸੈਸ ਸਟੋਰੀ ਕਰਨ ਦਾ ਮਕਸਦ ਸਭ ਤੋਂ ਵੱਡਾ ਇਹੀ ਹੈਗਾ। ਸੋ ਜੇ ਤੁਸੀਂ ਵੀ ਖੇਤੀਬਾੜੀ ਕਰਦੇ ਹੋ, ਜਾਂ ਫਿਰ ਛੋਟੀ ਮੋਟੀ ਜੋਬ ਕਰਦੇ ਹੋ, ਜਾਂ ਫਿਰ ਛੋਟੀ ਮੋਟੀ ਦੁਕਾਨ ਵੀ ਕਰਦੇ ਹੋ, ਕੈਮਿਸਟ ਦੀ ਸ਼ੋਪ ਹੈਗੀ ਹੈ, ਜਾਂ ਫਿਰ ਤੁਹਾਡੀ ਇਲੈਕਟ੍ਰੀਸ਼ੀਅਨ ਦੀ ਸ਼ੋਪ ਹੈਗੀ ਹੈ, ਐਸੇ ਲੋਕਾਂ ਨੂੰ ਵੀ ਡੈਫੀਨੇਟਲੀ ਵੀਜ਼ਾ ਮਿਲਦਾ। ਇਹਦੇ ਵਿੱਚ ਮੈਂ ਓਪਨ ਕਹਿ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਤਾਂ ਪ੍ਰੋਫਾਈਲ ਦੇਖਣ ਤੋਂ ਬਾਅਦ ਹੀ ਬੋਲ ਦਿੰਦੇ ਨੇ ਕਿ ਇਸ ਦਾ ਵੀਜ਼ਾ ਨਹੀਂ ਆਉਣਾ, ਕਿਉਂਕਿ ਕੁਝ ਵੀ ਨਹੀਂ ਹੈ। ਹਾਂ, ਇਹ ਜ਼ਰੂਰ ਹੈ ਕਿ ਟਾਈਮ ਜ਼ਰੂਰ ਲੱਗ ਜਾਏਗਾ। ਜੇ ਅੱਜ ਤੁਹਾਡੀ ਪ੍ਰੋਫਾਈਲ ਵਧੀਆ ਨੇ, ਤੁਹਾਨੂੰ ਦੱਸਾਂਗੇ ਤੁਸੀਂ ਕਿਸ ਤਰ੍ਹਾਂ ਉਹਨੂੰ ਵਧੀਆ ਕਰ ਸਕਦੇ ਹੋ। ਥੋੜ੍ਹਾ ਟਾਈਮ ਲੈ ਕੇ 3-4 ਮਹੀਨੇ ਦੇ ਵਿੱਚ ਤੁਹਾਡੇ 'ਚ ਤੁਸੀਂ ਓਨਾ ਸਬਰ ਹੈਗਾ ਤਾਂ ਡੈਫੀਨੇਟਲੀ ਉਸ ਚੀਜ਼ 'ਤੇ ਜ਼ਰੂਰ ਵਰਕ ਕੀਤਾ ਜਾ ਸਕਦਾ। ਸਾਡੀ ਵੀ ਪੂਰੀ ਹੈਲਪ ਰਹੇਗੀ। ਖਾਸ ਕਰ ਜੇ ਸਪੋਂਸਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਉੱਥੇ ਤੁਹਾਡੀ ਹੈਲਪ ਕਰਾਂਗੇ। ਜੇ ਤੁਹਾਨੂੰ ਫੰਡਸ ਦੀ ਕੋਈ ਦਿੱਕਤ ਆ ਰਹੀ ਹੈ, ਫੰਡਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਾਂਗੇ। ਯਾਨੀ ਕਿ ਕੋਸ਼ਿਸ਼ ਇਹ ਰਹੇਗੀ ਕਿ ਤੁਹਾਡੀ ਫਾਈਲ ਦੇ ਵਿੱਚ ਜਿੰਨੀ ਕਮੀਆਂ ਹੈਗੀਆਂ, ਆਪਣੇ ਐਂਡ ਤੋਂ ਵੀ ਤੁਹਾਡੀ ਪੂਰੀ ਮਦਦ ਕੀਤੀ ਜਾਏ, ਤਾਂ ਕਿ ਤੁਹਾਨੂੰ ਵੀਜ਼ਾ ਮਿਲਣ ਦੇ ਵਿੱਚ ਕਦੇ ਵੀ ਕੋਈ ਦਿੱਕਤ ਨਾ ਆਏ। ਸੋ ਅੱਜ ਮੈਂ ਖਾਸ ਤੌਰ 'ਤੇ ਗੱਲ ਕਰ, ਕਿਉਂਕਿ ਹਰ ਵਾਰ ਟੌਪਿਕ ਇਹ ਰਹਿ ਜਾਂਦਾ, ਖਾਸ ਕਰ ਮੈਂ ਗੱਲ ਕਰਾਂਗਾ ਪੇਰੈਂਟਸ ਦੀ ਜਿਨ੍ਹਾਂ ਦੇ ਬੱਚੇ ਸਟੱਡੀ ਵੀਜ਼ਾ 'ਤੇ ਗਏ ਹੋਏ ਨੇ। ਉਹਨਾਂ ਨੂੰ ਕਦੋਂ ਵੀਜ਼ਾ ਮਿਲ ਸਕਦਾ, ਕਿਉਂਕਿ ਬਹੁਤ ਸਾਰੇ ਲੋਕ ਪੁੱਛਦੇ ਨੇ। ਸੋ ਅੱਜ ਜਿਹੜੇ ਵੀਜ਼ਾ ਦੀ ਮੈਂ ਗੱਲ ਕਰ ਰਿਹਾ, ਆਇਆ ਇੱਕ ਪੇਰੈਂਟਸ ਦਾ ਵੀਜ਼ਾ। ਸੋ ਉਹਨਾਂ ਦੇ ਬੇਟੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸੀਗਾ, ਇੱਕ ਹੀ ਸਮੈਸਟਰ ਕੰਪਲੀਟ ਕੀਤਾ ਸੀਗਾ, ਇੱਕ ਸਮੈਸਟਰ ਦੇ ਉੱਤੇ ਉਹਨੂੰ ਵੀਜ਼ਾ ਮਿਲ ਗਿਆ। ਸੋ ਅੱਜ ਦੀ ਡੇਟ ਦੇ ਵਿੱਚ ਪੇਰੈਂਟਸ ਦੇ ਲਈ ਵੀ ਬਹੁਤ ਜ਼ਿਆਦਾ ਓਪਨ ਹੈਗੇ ਨੇ ਕੈਨੇਡੀਅਨ ਐਮਬੈਸੀ। ਸੋ ਜਿਹੜੀ ਕੈਟਾਗਰੀ ਦੇ ਵਿੱਚ ਵੀਜ਼ਾ ਆਉਂਦਾ ਰਹੇਗਾ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਅੱਗੇ ਮਰਜ਼ੀ ਤੁਹਾਡੀ ਹੈ, ਕਦੇ ਨਹੀਂ ਕਹਿੰਦਾ ਵੀਬੀ ਵੀਜ਼ਾ ਦੇ ਕੋਲ ਹੀ ਆ ਕੇ ਲਗਵਾਓ। ਮੇਰਾ ਕੰਮ ਹੈ ਆਪਣਾ ਕੰਮ ਪੇਸ਼ ਕਰਨਾ, ਹਾਲਾਂਕਿ ਇਹ ਬਿਜ਼ਨਸ ਹੈਗਾ। ਬਿਜ਼ਨਸ ਲਈ ਅਸੀਂ ਐਡਵਰਟੀਜ਼ਮੈਂਟ ਵੀ ਕਰਦੇ ਰਵਾਂਗੇ, ਤੁਹਾਡੇ ਸਾਹਮਣੇ ਆਪਣੀ ਜਿਹੜੀ ਹੈਗੀ ਹੈ ਸਕਸੈਸ ਸਟੋਰੀਜ਼ ਵੀ ਸ਼ੇਅਰ ਕਰਦੇ ਰਵਾਂਗੇ। ਬਟ ਜਿੱਥੋਂ ਵੀ ਫਾਈਲ ਲਗਾਓ ਸੋਚ ਸਮਝ ਕੇ ਲਗਾਓ, ਕਿਉਂਕਿ ਇੱਕ ਵਾਰ ਰਿਫਿਊਜ਼ਲ ਆਉਣ ਤੋਂ ਬਾਅਦ ਦਿਲ ਤਾਂ ਟੁੱਟਦਾ ਹੈਗਾ, ਪਰ ਬਾਰ-ਬਾਰ ਇਹੀ ਮੈਂ ਚੀਜ਼ ਕਹਾਂਗਾ ਕਿ ਦਿਲ ਇੰਨਾ ਨਾ ਦਿਲ 'ਤੇ ਲਗਾ ਲਓ ਕਿ ਸੋਣਾ ਉੱਠਣਾ ਬੈਠਣਾ ਹੀ ਹਰਾਮ ਹੋ ਜਾਏ। ਸੋ ਉਹ ਚੀਜ਼ ਆਪਾਂ ਨਹੀਂ ਕਰਨੀ। ਕੋਸ਼ਿਸ਼ ਕਰਨੀ ਹੈਗੀ ਹੈ ਥੋੜ੍ਹਾ ਹੋਰ ਟਾਈਮ ਦੇ ਕੇ ਉਹਨੂੰ ਆਪਾਂ ਜ਼ਰੂਰ ਰੀਲੌਜ ਕਰੀਏ, ਵਧੀਆ ਤਰੀਕੇ ਨਾਲ ਕਰੀਏ। ਉਹ 3-3 4-4 ਰਿਫਿਊਜ਼ਲ ਤੋਂ ਬਾਅਦ ਤੁਹਾਡੇ ਸਾਹਮਣੇ ਐਗਜ਼ਾਮਪਲ ਦੇ ਰਿਹਾ, ਵੀਜ਼ਾ ਆਇਆ ਤੁਹਾਡੇ ਸਾਹਮਣੇ। ਅਗਲੀ ਹੋ ਸਕਦਾ ਜਦੋਂ ਅਸੀਂ ਅਗਲਾ ਸੈਸ਼ਨ ਕਰੀਏ ਤਾਂ ਉਹਦੇ ਵਿੱਚ ਡੈਫੀਨੇਟਲੀ ਤੁਹਾਨੂੰ ਉਹ ਸਕਸੈਸ ਸਟੋਰੀ ਵੀ ਸੁਣਾਵਾਂਗੇ। ਸੋ ਉਹਦੇ ਨਾਲ ਵੀ ਤੁਹਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਹਿੰਮਤ ਮਿਲੇਗੀ। ਸੋ ਇਸ ਸਮੇਂ ਪੇਰੈਂਟਸ ਨੂੰ ਵੀਜ਼ਾ ਮਿਲ ਰਿਹਾ, ਜਿਨ੍ਹਾਂ ਦੇ ਬੱਚੇ ਉੱਥੇ ਪੜ੍ਹ ਰਹੇ ਨੇ, ਜਿਨ੍ਹਾਂ ਦੇ ਬੱਚੇ ਉੱਥੇ ਵਰਕ ਪਰਮਿਟ 'ਤੇ ਨੇ, ਉਹਨਾਂ ਨੂੰ ਵੀ ਬੜੇ ਆਸਾਨੀ ਨਾਲ ਵੀਜ਼ਾ ਮਿਲ ਰਿਹਾ। ਸੋ ਇਹ ਕੈਟਾਗਰੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਅੱਜ ਅਗਰ ਬੱਚਾ 20 ਸਾਲ ਦਾ ਹੈਗਾ, ਪੇਰੈਂਟਸ ਦੀ ਉਮਰ ਹੋ ਸਕਦਾ ਹੈ 46-47 ਸਾਲ 48 ਸਾਲ। ਸੋ ਇਸ ਏਜ ਗਰੁੱਪ ਦੇ ਵਿੱਚ ਵੀ ਵੀਜ਼ਾ ਮਿਲ ਰਿਹਾ। ਸੋ ਡੈਫੀਨੇਟਲੀ ਉਸ ਚੀਜ਼ ਲਈ ਵੀ ਤੁਸੀਂ ਟਰਾਈ ਕਰ ਸਕਦੇ ਹੋ। ਬਹੁਤ ਸਾਰੇ ਲੋਕ ਇਹ ਪੁੱਛ ਰਹੇ ਕਿ ਸਹੀ ਸਮਾਂ ਕਿਹੜਾ ਹੈਗਾ ਅਪਲਾਈ ਕਰਨ ਲਈ। ਸੋ ਸਟੂਡੈਂਟ ਦਾ ਮੈਂ ਦੱਸਤਾ, ਜੇ ਤੁਹਾਡਾ ਬੱਚਾ ਗਿਆ ਹੋਇਆ ਇੱਕ ਸਮੈਸਟਰ ਕੰਪਲੀਟ ਕਰ ਰਿਹਾ ਤਾਂ ਉਹਦੇ ਸਾਰੇ ਜਿੰਨੇ ਵੀ ਡਾਕੂਮੈਂਟਸ ਹੈਗੇ ਤੁਸੀਂ ਮੰਗਵਾ ਕੇ, ਕਾਲਜ ਤੋਂ ਰਿਲੇਟਡ, ਉਹਦੇ ਰੈਜ਼ੀਡੈਂਸ ਤੋਂ ਰਿਲੇਟਡ, ਉਹਦੇ ਅਗਰ ਉਹਨੇ ਸੇਵਿੰਗ ਕਰ ਰੱਖੀ ਹੈ ਤਾਂ ਕੋਈ ਉਸ ਤੋਂ ਰਿਲੇਟਡ, ਜਿੱਥੇ ਜੋਬ ਕਰ ਰਿਹਾ, ਕਿਉਂਕਿ ਸਟੂਡੈਂਟ ਨੂੰ ਵੀ ਜੋਬ ਕਰਨ ਦਾ ਅਧਿਕਾਰ ਹੁੰਦਾ। ਸੋ ਉੱਥੋਂ ਦਾ ਲੈਟਰ ਲੈ ਕੇ ਤੁਸੀਂ ਡੈਫੀਨੇਟਲੀ ਐਜ਼ ਏ ਸਪੋਂਸਰ ਉਹਨੂੰ ਯੂਜ਼ ਕਰ ਸਕਦੇ ਹੋ। ਸਪੋਂਸਰ ਦਾ ਵੀ ਤੁਹਾਡਾ ਖਰਚਾ ਬਚ ਜਾਏਗਾ, ਜਾਂ ਫਿਰ ਤੁਹਾਨੂੰ ਹੋਰ ਕੋਈ ਸਪੋਂਸਰ ਨਹੀਂ ਕਰਦਾ ਤੁਹਾਡੇ ਰਿਸ਼ਤੇਦਾਰ। ਸੋ ਇਹ ਬੜਾ ਆਸਾਨ ਜ਼ਰੀਆ ਹੈਗਾ। ਸੋ ਇਹਦੇ ਤੁਸੀਂ ਅਗਰ ਇਸ ਤਰ੍ਹਾਂ ਅਪਲਾਈ ਕਰਦੇ ਹੋ ਤਾਂ ਡੈਫੀਨੇਟਲੀ ਉਹਦੇ ਲਈ ਵੀ ਬਹੁਤ ਜ਼ਿਆਦਾ ਸਹੀ ਸਮਾਂ ਹੈਗਾ, ਕਿਉਂਕਿ ਇੱਕ ਸਮਾਂ
ਆਇਆ ਸੀਗਾ ਸਪਾਊਸ ਨੂੰ ਵੀ ਵੀਜ਼ਾ ਨਹੀਂ ਮਿਲਦਾ ਸੀਗਾ, ਤੁਹਾਡੇ ਸਾਹਮਣੇ ਸੀ। ਅੱਜ ਤੋਂ ਅਗਰ ਅਸੀਂ 1 ਸਾਲ ਪਹਿਲੇ ਦੀ ਗੱਲ ਕਰੀਏ, ਅੱਜ ਸਪਾਊਸ ਨੂੰ ਕੋਈ ਵੀ ਰਿਫਿਊਜ਼ਲ ਨਹੀਂ ਹੈਗੀ। ਸੋ ਟ੍ਰੈਂਡ ਦੇ ਹਿਸਾਬ ਨਾਲ ਸਾਨੂੰ ਚੱਲਣਾ ਪਏਗਾ। ਸੋ ਸਹੀ ਸਮਾਂ ਇਹੀ ਹੈਗਾ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ, ਚਾਹੇ ਉਹ ਪੇਰੈਂਟਸ ਹੋਏ। ਏਜ ਦੀ ਡਿਸਕਸ਼ਨ ਅਸੀਂ ਪਿਛਲੇ ਸੈਸ਼ਨ ਦੇ ਵਿੱਚ ਕੀਤੀ ਸੀ। 18 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਤੱਕ, ਵਿੱਚ ਸਾਰੀ ਏਜ ਮੈਂ ਤੁਹਾਨੂੰ ਗਿਣਾਈ ਸੀ, ਚਾਹੇ 29 ਸਾਲ ਦਾ ਹੋਵੇ, ਚਾਹੇ 24 ਸਾਲ ਦਾ ਹੋਵੇ, ਚਾਹੇ 23 ਸਾਲ ਦਾ ਹੋਵੇ, 32 37 39। ਸੋ ਹਰ ਏਜ ਬ੍ਰੈਕਟ ਨੂੰ ਵੀਜ਼ਾ ਮਿਲੇਗਾ। ਸਿਰਫ ਅੱਜ ਦੀ ਡੇਟ ਦੇ ਵਿੱਚ ਫਾਈਲਿੰਗ ਤੇ ਗੱਲ ਟਿਕੀ ਹੈਗੀ ਹੈ। ਮਾਰਕੀਟ ਦੇ ਵਿੱਚ ਵੀਜ਼ਾ ਕਿਉਂ ਨਹੀਂ ਦੇਖਣ ਨੂੰ ਮਿਲਦਾ? ਕਿਉਂਕਿ ਫਾਈਲਿੰਗ ਨਹੀਂ ਆਉਂਦੀ। ਸਾਡੇ ਕੋਲ ਵੀਜ਼ਾ ਕਿਉਂ ਦੇਖਣ ਨੂੰ ਮਿਲੇ? ਕਿਉਂਕਿ ਫਾਈਲਿੰਗ ਦੇ ਵਿੱਚ ਬਹੁਤ ਪੁਰਾਣਾ ਐਕਸਪੀਰੀਅੰਸ ਹੈਗਾ। ਅੱਜ 18 19 ਸਾਲ ਹੋ ਗਏ ਇਸੀ ਫੀਲਡ ਦੇ ਵਿੱਚ ਕੰਮ ਕਰਦੇ ਹੋ। ਖਾਸ ਕਰ ਕੈਨੇਡਾ ਦੇ ਐਮਬੈਸੀ ਦੇ ਨਾਲ ਜੁੜੇ 12 13 ਸਾਲ ਤਾਂ ਇਸ ਤਰ੍ਹਾਂ ਦੇ ਹੋ ਗਏ ਕਿ 80% ਕੰਮ ਹੀ ਕੈਨੇਡਾ ਦਾ ਕਰ ਰਹੇ। ਕਿਉਂਕਿ ਇਹ ਵੀ ਕੁਐਸਚਨ ਮੈਂ ਲੈਣਾ ਜ਼ਰੂਰੀ ਹੈ ਕਿ ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਤੁਸੀਂ ਸਿਰਫ ਕੈਨੇਡਾ ਨੂੰ ਹੀ ਪ੍ਰਮੋਟ ਕਰਦੇ, ਜਦ ਕਿ ਜੋ ਸਾਨੂੰ ਜਾਣਦੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਯੂਕੇ ਦਾ ਵੀ ਕੰਮ ਕੀਤਾ, USA ਦਾ ਵੀ ਕੰਮ ਕੀਤਾ, ਤੁਸੀਂ ਆਸਟ੍ਰੇਲੀਆ ਦਾ ਵੀ ਕੰਮ ਕੀਤਾ, ਸਕਸੈਸਫੁਲੀ ਕੀਤਾ, ਫਿਰ ਉਹਨੂੰ ਇੰਨਾ ਜ਼ਿਆਦਾ ਆਪਾਂ ਪ੍ਰਮੋਟ ਕਿਉਂ ਨਹੀਂ ਕਰ ਪਾ ਰਹੇ? ਸੋ ਸਭ ਤੋਂ ਪਹਿਲੀ ਗੱਲ ਦੇਖੋ, ਯੂਕੇ ਦੇ ਵਿੱਚ ਗੱਲ ਕੀ ਹੈਗੀ ਹੈ, ਸੈਟਲਮੈਂਟ ਦੇ ਆਪਸ਼ਨ ਘੱਟ ਹੈਗੇ ਨੇ। ਸੋ ਉਸ ਦੇ 'ਤੇ ਜੇ ਵਰਕ ਕਰਾਂਗੇ, ਸਪੋਜ਼ ਅਸੀਂ ਐਡਵਰਟੀਜ਼ਮੈਂਟ ਕਰਦੇ, ਸੋ ਉਸ 'ਤੇ ਪ੍ਰੋਪਰ ਵਰਕ ਕਰਨਾ ਪਏਗਾ। ਕੈਜੂਅਲੀ ਕੋਈ ਵਰਕ ਨਹੀਂ ਹੁੰਦਾ। ਸੋ ਯੂਕੇ ਤੋਂ ਹਮੇਸ਼ਾ ਕੈਨੇਡਾ ਦਾ ਪਲੜਾ ਜਿਹੜਾ ਹੈ ਭਾਰੀ ਰਹੇਗਾ। ਹੁਣ ਦੂਸਰੀ ਗੱਲ ਰਹੀ USA ਦੀ। USA ਦੇ ਵਿੱਚ ਸੈਟਲਮੈਂਟ ਬਹੁਤ ਜ਼ਿਆਦਾ ਵਧੀਆ ਹੈਗਾ, ਬਟ ਇੰਟਰਵਿਊ ਦੀ ਡੇਟਸ ਦੀ ਪ੍ਰੋਬਲਮ ਹੈਗੀ ਹੈ। ਪਹਿਲਾਂ ਹੀ ਇਨੀਸ਼ੀਅਲੀ ਹੀ ਕਲਾਇੰਟ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਜੇ, ਔਰ ਜੇ ਕਿਤੇ ਇੰਟਰਵਿਊ ਦੇ ਵਿੱਚ ਸਕਸੈਸ ਨਾ ਹੋਵੇ। ਲੇਕਿਨ ਮੈਂ ਇਹ ਵੀ ਦੱਸਦਾ ਕਿ ਜਿਹੜੇ ਲੋਕ ਅੱਜ ਇੰਟਰਵਿਊ ਤੱਕ ਪਹੁੰਚ ਰਹੇ ਨੇ ਉਹ ਵੀਜ਼ਾ ਲੈ ਕੇ ਆ ਰਹੇ ਨੇ। ਸੋ ਉਹ ਚੀਜ਼ ਰਿਸਕ ਜਿਹੜਾ ਹੈਗਾ ਕੈਂਡੀਡੇਟ ਨਹੀਂ ਲੈਣਾ ਚਾਹੁੰਦਾ। ਆਸਟ੍ਰੇਲੀਆ ਦੀ ਗੱਲ ਕਰੀ ਤਾਂ ਆਸਟ੍ਰੇਲੀਆ ਦਾ ਸਕਸੈਸ ਰੇਟ ਉਨਾ ਜ਼ਿਆਦਾ ਵਧੀਆ ਨਹੀਂ ਹੈ। ਸਾਹਮਣੇ ਤੁਹਾਡੇ ਕਹਿ ਦਿੰਦਾ, ਤੁਹਾਡੀ ਬਹੁਤ ਵਧੀਆ ਸਪੋਂਸਰ ਹੈਗੀ ਹੈ, ਤੁਹਾਡੇ ਕੋਲ ਫਾਈਨੈਂਸ਼ੀਅਲੀ ਯਾਨੀ ਕਿ ਤੁਹਾਡੀ ਕਰੀਮ ਪ੍ਰੋਫਾਈਲ ਹੈਗੀ, ਤਾਂ ਹੀ ਤੁਹਾਨੂੰ ਵੀਜ਼ਾ ਮਿਲ ਸਕਦਾ। ਜੇ ਅਸੀਂ ਇਸ ਤਰ੍ਹਾਂ ਗੱਲ ਕਰੀਏ ਕਿ ਪੇਰੈਂਟਸ ਨੂੰ, ਜਿਸ ਤਰ੍ਹਾਂ ਅਸੀਂ ਕੈਨੇਡਾ ਦੀ ਗੱਲ ਕਰ ਰਹੇ, ਸੋ ਇੰਨਾ ਜ਼ਿਆਦਾ ਓਪਨ ਇਸ ਸਮੇਂ ਆਸਟ੍ਰੇਲੀਆ ਨਹੀਂ ਹੈਗਾ। ਜ਼ਿਆਦਾਤਰ ਉਹਨਾਂ ਨੇ ਰਿਫਿਊਜ਼ਲਾਂ 'ਤੇ ਹੀ ਜ਼ੋਰ ਦਿੱਤਾ ਹੋਇਆ। ਸੋ ਇਸ ਕਰਕੇ ਉਹ ਕੰਟਰੀਜ਼ ਅਸੀਂ ਪ੍ਰਮੋਟ ਨਹੀਂ ਕਰ ਰਹੇ। ਖਾਸ ਕਰ ਮੈਨੂੰ ਉਮੀਦ ਹੈ ਕਿ 2025 ਤੱਕ ਦਾ, ਜਦ ਤੱਕ ਟਰੂਡੋ ਸਰਕਾਰ ਹੈਗੀ ਆ, ਔਰ ਅੱਗੇ ਵੀ ਉਮੀਦ ਕਰਦੇ ਹਾਂ ਕਿ ਰਹੇਗੀ, ਸੋ ਤਦ ਤੱਕ ਤਾਂ ਬਿਲਕੁਲ ਕੈਨੇਡਾ 'ਤੇ ਹੀ ਫੋਕਸ ਰਹੇਗਾ। ਔਰ ਪਤਾ ਹੈ ਕਿ ਉਹਨਾਂ ਨੂੰ ਪੋਪੂਲੇਸ਼ਨ ਜਿਹੜਾ 10 ਕਰੋੜ ਦੀ ਪੋਪੂਲੇਸ਼ਨ ਉਹਨਾਂ ਨੂੰ ਚਾਹੀਦੀ ਹੀ ਚਾਹੀਦੀ। ਸੋ ਬਹੁਤ ਵੱਡਾ ਸਕੋਪ ਹੈਗਾ। ਸੋ ਇਸ ਕਰਕੇ ਇਸ 'ਤੇ ਡਟੇ ਰਵਾਂਗੇ ਔਰ ਤੁਹਾਨੂੰ ਸਲਾਹ ਜਿਹੜਾ ਹੈਗੀ ਵਧੀਆ ਦਿੰਦੇ ਰਵਾਂਗੇ। ਰਿਫਿਊਜ਼ਡ ਕੈਂਡੀਡੇਟ ਲਈ ਮੈਂ ਪਹਿਲੇ ਹੀ ਗੱਲ ਕਰਤੀ ਕਿ ਥੋੜ੍ਹਾ ਬਹੁਤ ਸਬਰ ਕਰੋ। 2-4 ਮਹੀਨੇ ਦਾ ਅੱਜ ਰਿਫਿਊਜ਼ਲ ਆਇਆ ਤਾਂ ਇਹ ਨਾ ਕਹੋ ਕਿ ਕੱਲ੍ਹ ਜਾਂ ਮੇਰੀ ਅਗਲੇ ਹਫਤੇ ਜਾਂ ਫਿਰ ਅਗਲੇ ਮਹੀਨੇ ਲਗਾ ਦੇ ਫਾਈਲ। 3-4 ਮਹੀਨੇ ਦਾ ਘੱਟ ਤੋਂ ਘੱਟ ਸਬਰ ਕਰਕੇ ਚਲੋ, ਔਰ ਉਸ ਸਮੇਂ ਜਿਸ ਤਰ੍ਹਾਂ ਦਾ ਲੱਗਦਾ ਟ੍ਰੈਂਡ ਹੋਏਗਾ, ਲੈਟਰ ਆਫ ਇੰਟੈਂਟ ਦੇ ਨਾਲ ਤੁਹਾਡਾ ਜਿਹੜਾ ਵੀਜ਼ਾ ਅਪਲਾਈ ਕੀਤਾ ਜਾਏਗਾ, ਜਾਂ ਕਿਸੇ ਹੋਰ ਤੋਂ ਰਿਫਿਊਜ਼ ਹੋਏ ਗਏ ਸੀਗੇ ਤਾਂ ਉਹ ਵੀ ਤੁਸੀਂ ਆਪਣੇ ਪ੍ਰੋਫਾਈਲ ਜਿਹੜੇ ਕਿ ਡਿਸਕਸ ਕਰ ਸਕਦੇ ਹੋ। ਇਹ ਨਹੀਂ, ਉਹਦੇ ਵਿੱਚ ਵੀ ਤੁਹਾਨੂੰ ਹਮੇਸ਼ਾ ਇਹ ਚੀਜ਼ ਜ਼ਰੂਰ ਧਿਆਨ ਰੱਖਿਓ ਵੀ ਆਪਾਂ ਨੂੰ ਥੋੜ੍ਹਾ ਜਿਹਾ ਸਮਾਂ ਉਹਦੇ ਵਿੱਚ ਚਾਹੀਦਾ ਹੋਏਗਾ। ਸੋ ਹੋਰ ਬਹੁਤ ਜ਼ਿਆਦਾ ਮੈਂ ਟਾਈਮ ਤੁਹਾਡਾ ਲੈਣਾ ਨਹੀਂ, ਸੈਸ਼ਨ ਨੂੰ ਇੱਥੇ ਐਂਡ ਕਰਾਂਗੇ। ਉਮੀਦ ਕਰਦੇ ਬਹੁਤ ਛੇਤੀ ਤੁਹਾਡੇ ਨਾਲ ਫਿਰ ਮੁਲਾਕਾਤ ਹੈਗੀ। ਧੰਨਵਾਦ।